सत श्री अकाल, आदाब, नमस्कार। स्वागत है जी ਤੁਹਾਡੇ ਆਪਣੇ ऑफिशियल यूट्यूब चैनल जिस ਦਾ नाम है जी ड्रीम लाइट लर्नर्स। ड्रीम लाइट लर्नर्स ਤੇ ਅਸੀਂ ਸਾਰੇ ਤੁਹਾਡਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ ਜੀ। ਇਸ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਠੀਕ ਹੈ ਜੀ। ਇਸ ਵੀਡੀਓ ਦੇ ਵਿੱਚ ਅੱਜ ਜੋ ਹੈ 30 ਅਗਸਤ ਦੇ ਜੋ ਕਰੰਟ ਅਫੇਅਰ ਦੇ ਕੁਐਸਚਨ ਨੇ ਉਹ ਡਿਸਕਸ ਕੀਤੇ ਜਾਣਗੇ, ਪਲੱਸ ਉਹਨਾਂ ਨਾਲ ਸੰਬੰਧਿਤ ਜੋ ਸਟੈਟਿਕ ਜੀਕੇ ਦਾ ਪੋਰਸ਼ਨ ਬਣਦਾ ਹੈ ਉਹ ਵੀ ਜਿਹੜਾ ਹੈਗਾ ਇਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਜਾਵੇਗਾ। ਠੀਕ ਹੈ। ਕਈ ਬੱਚਿਆਂ ਨੂੰ ਲੱਗਦਾ ਹੈਗਾ ਕਿ ਇਸ ਵੀਡੀਓ ਵਿੱਚ ਜਿਹੜੇ ਹੈਗੇ ਨੇ ਕਰੰਟ ਅਫੇਅਰ ਦੇ ਸੈਸ਼ਨ ਵਿੱਚ ਸਿਰਫ 10 ਕੁਐਸਚਨ ਕਰਾਏ ਜਾਂਦੇ ਨੇ, ਬਟ ਬੱਚਿਓ ਇਸ ਦੇ ਵਿੱਚ 10 ਕੁਐਸਚਨ ਨਾ ਵੇਖੋ, ਇਸ ਦੇ ਵਿੱਚ ਤੁਹਾਡੇ 50 ਤੋਂ ਲੈ ਕੇ 80 ਜਿਹੜੇ ਫੈਕਟ ਨੇ ਉਹ ਡੇਲੀ ਤਿਆਰ ਹੋ ਰਹੇ ਨੇ, ਤੇ ਉਹ ਫੈਕਟ ਤਿਆਰ ਹੋ ਰਹੇ ਨੇ ਜੋ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਤੁਸੀਂ ਕੀ ਕਰਦੇ ਹੋ, ਤੁਹਾਨੂੰ ਕੀ ਚਾਹੀਦਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ, ਆਪਸ਼ਨ ਹੁੰਦੀ ਹੈ ਨਰਿੰਦਰ ਮੋਦੀ, ਟਿਕ ਲਾਇਆ ਹਾਂਜੀ ਸਹੀ ਹੋ ਗਿਆ। ਦੇਸ਼ ਦੀ ਕੈਪੀਟਲ ਕਿਹੜੀ ਹੈ, ਟਿਕ ਲਾਇਆ ਦਿੱਲੀ ਹਾਂਜੀ ਸਹੀ ਹੋ ਗਿਆ। ਤਾਂ ਇਹ ਜਿਹੜੇ ਕੁਐਸਚਨ ਨੇ ਹੁਣ ਇਹਦਾ ਟ੍ਰੈਂਡ ਬਦਲ ਚੁੱਕਿਆ, ਪੇਪਰ ਦੇ ਵਿੱਚ ਨਹੀਂ ਪੁੱਛੇ ਜਾਂਦੇ। ਪੇਪਰ ਦੇ ਵਿੱਚ ਕੀ ਪੁੱਛਿਆ ਜਾਂਦਾ, ਉਹ ਸਟੈਟਿਕ ਜੀਕੇ ਦਾ ਪੋਰਸ਼ਨ ਇਸ ਦੇ ਵਿੱਚ ਕਵਰ ਕੀਤਾ ਜਾਂਦਾ, ਉਸ ਨੂੰ ਪੜ੍ਹੋ। ਠੀਕ ਹੈ। ਉਸ ਨੂੰ ਰੈਗੂਲਰ ਅਟੈਂਡ ਕਰੋ ਤਾਂ ਜੋ ਪੇਪਰ ਦੇ ਵਿੱਚ ਤੁਹਾਨੂੰ ਈਜ਼ੀ ਹੋ ਸਕੇ। ਠੀਕ ਹੈ। ਸਭ ਤੋਂ ਪਹਿਲਾਂ ਸਾਡੀ ਕਲਾਸ ਜੋ ਹੈ, ਅਸੀਂ ਜੋ ਆਪਾਂ ਮਿਹਨਤ ਕਰ ਰਹੇ ਹਾਂ ਉਸ ਨੂੰ ਐਂਡ ਤੱਕ ਜ਼ਰੂਰ ਵੇਖੋ, ਤੁਹਾਡੇ ਭਲੇ ਲਈ ਕੀਤੀ ਜਾ ਰਹੀ ਹੈ। ਠੀਕ ਹੈ। ਇਹਨੂੰ ਐਂਡ ਤੱਕ ਜ਼ਰੂਰ ਵੇਖੋ ਅਤੇ ਆਪਣੇ ਜੋ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਕਰੋ ਤਾਂ ਜੋ ਪੇਪਰ ਦੇ ਵਿੱਚ ਜਿਹੜਾ ਆਪਾਂ ਨੂੰ ਉਸ ਨੂੰ ਪਾਰ ਕਰਨਾ ਆਸਾਨ ਹੋ ਸਕੇ। ਠੀਕ ਹੈ ਪਿਆਰੇ ਬੱਚਿਓ, ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ, ਸਬਸਕ੍ਰਾਈਬ ਨਹੀਂ ਕੀਤਾ ਤਾਂ ਠੀਕ ਹੈ ਬੈਲ ਆਈਕਨ ਵੀ ਦਬਾ ਕੇ ਰੱਖ ਲੈਣਾ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਹੈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ। ਅੱਗੇ ਗੱਲ ਕਰੀਏ ਕਿਉਂ ਸਬਸਕ੍ਰਾਈਬ ਕਰੀਏ, ਕਿਉਂਕਿ ਇਹ ਜੋ ਕਰੰਟ ਅਫੇਅਰ ਦਾ ਸੈਸ਼ਨ ਹੈ ਪਲੱਸ ਮੈਥ ਦਾ, ਇਹ ਜਿਹੜਾ ਕਾਂਸਟੇਬਲ ਹੋ ਗਿਆ, SI ਹੈ, ਹੈੱਡ ਕਾਂਸਟੇਬਲ ਹੈ, ਐਕਸਾਈਜ਼ ਇੰਸਪੈਕਟਰ ਹੈ, PSSB ਕਲਰਕ ਹੈ, ਫੋਰੈਸਟ ਗਾਰਡ ਹੈ, ਵੀਡੀਓ ਹੈ, PPSC ਹੈ, ਇਹਨਾਂ ਵਾਸਤੇ ਜਿਹੜਾ ਹੈਗਾ ਇਹ ਸੰਬੰਧ ਰੱਖਦਾ ਜੀ। ਠੀਕ ਹੈ ਜੀ। ਇਸ ਦੇ ਵਿੱਚ ਸਵੇਰ 7 AM ਕਰੰਟ ਅਫੇਅਰ ਦਾ ਜਿਹੜਾ ਸੈਸ਼ਨ ਹੈਗਾ, ਕਰੰਟ ਅਫੇਅਰ ਦਾ ਸੈਸ਼ਨ ਹੈਗਾ ਉਹ ਅਪਲੋਡ ਹੋ ਜਾਂਦਾ ਜੀ। 7 ਵਜੇ ਦਾ ਅਲਾਰਮ ਲਾ ਲਓ, 7 ਵਜੇ ਬੈਠ ਜਾਓ, ਕਲਾਸ ਲਾਓ, 40-45 ਮਿੰਟਾਂ ਦੀ ਹੁੰਦੀ ਹੈ। ਤੁਹਾਡਾ ਇੱਕ ਦਿਨ ਦੇ ਵਿੱਚ ਜੋ ਫੈਕਟ ਤਿਆਰ ਹੋ ਰਹੇ ਨੇ ਅਗਰ ਉਹ ਕਰ ਲਵੋਗੇ ਤਾਂ ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ। ਠੀਕ ਹੈ ਜੀ। ਉਹ ਫੈਕਟ ਬਹੁਤ ਅਦਭੁਤ ਨੇ, ਤੁਸੀਂ ਉਸ ਨੂੰ ਰੈਡੀ ਕਰੋ। ਪਲੱਸ ਜੋ ਮੈਥ ਵੀ ਇਸ ਚੈਨਲ 'ਤੇ ਸ਼ੁਰੂ ਹੋ ਚੁੱਕਿਆ ਜੀ, ਛੇਤੀ ਹੀ ਜਿਹੜਾ ਇਸ ਚੈਨਲ 'ਤੇ ਇੰਗਲਿਸ਼ ਸ਼ੁਰੂ ਹੋਵੇਗੀ। ਇੱਕ ਚੀਜ਼ ਹੋਰ ਮੈਂ ਅਨਾਊਂਸਮੈਂਟ ਕਰਦਾ, GK ਜਿਹੜਾ ਹੈਗਾ ਕੁਐਸਚਨ MCQs ਟਾਈਪਸ ਦੇ ਵਿੱਚ ਆ ਰਹੇ ਨੇ, ਪਲੱਸ ਜੋ ਮੰਥ ਵਾਈਜ਼ ਜੋ ਕਰੰਟ ਅਫੇਅਰ ਤੁਹਾਡੀ ਡਿਮਾਂਡ ਸੀਗੀ, ਮੰਥ ਵਾਈਜ਼ ਜੋ ਕਰੰਟ ਅਫੇਅਰ ਹੈਗਾ ਉਹ ਵੀ ਇਸ ਚੈਨਲ 'ਤੇ ਜਿਹੜਾ ਹੈਗਾ ਆ ਰਿਹਾ ਹੈਗਾ ਪਿਛਲੇ 6 ਮਹੀਨਿਆਂ ਦਾ। ਠੀਕ ਹੈ ਜੀ। ਬਸ ਤੁਸੀਂ ਰੈਗੂਲਰ ਕਰਦੇ ਰਹੋ, ਮਿਹਨਤ ਅਸੀਂ ਤੁਹਾਡੇ ਲਈ ਕਰਨ ਲਈ ਤਿਆਰ ਹੈਗੇ ਹਾਂ। ਪਿਛਲੇ ਸਾਰੇ ਕਰੰਟ ਅਫੇਅਰ ਲੱਭ ਚੁੱਕੇ ਨੇ, ਬਸ ਅਪਲੋਡ ਜਿਹੜੇ ਹੈਗੇ ਛੇਤੀ ਇਸ ਚੈਨਲ 'ਤੇ ਹੋ ਜਾਵੇਗਾ। ਇਸ ਕਰਕੇ ਇਸ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰੋ ਐਂਡ ਵੀਡੀਓ ਲਾਈਕ ਕਰੋ, ਐਂਡ ਅੱਛੀ ਲੱਗ ਰਹੀ ਹੈ ਤਾਂ ਆਪਦੇ ਦੋਸਤਾਂ ਅਤੇ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਜੋ ਸਾਨੂੰ ਵੀ ਅੱਛਾ ਲੱਗੇ, ਤੁਹਾਨੂੰ ਵੀ ਅੱਛਾ ਲੱਗੇ। ਅੱਜ ਦਾ ਮੋਟੀਵੇਸ਼ਨ ਕੋਡ ਕੀ ਹੈ ਜੀ, ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ, ਜੱਗ ਖੜ ਖੜ ਕੇ ਦੇਖੂ ਐਸਾ ਨਾਮ ਬਣਾਵਾਂਗੇ। ਮਿਹਨਤਾਂ ਹਜੇ ਚੱਲ ਰਹੀਆਂ ਨੇ, ਠੀਕ ਹੈ, ਹਜੇ ਸਟੱਡੀ ਹੋ ਰਹੀ ਹੈ। ਆਪਣਾ ਕੀ ਹੈ, ਰਿਸ਼ਤੇਦਾਰ ਪਹਿਲਾਂ ਹੀ ਕਹਿ ਦਿੰਦੇ ਆ ਇੰਨਾ ਪੜ੍ਹ ਲਿਆ, ਠੀਕ ਹੈ, ਹਜੇ ਕੁਛ ਲੱਗਿਆ ਨਹੀਂ। ਤਾਂ ਜੋ ਮਿਹਨਤ ਦਾ ਸਬਰ ਹੁੰਦਾ ਹੈ ਇਹਨੂੰ ਸੰਤੋਖ ਨਾਲ ਕਰਨਾ ਪੈਂਦਾ ਹੈਗਾ, ਸਬਰ ਨਾਲ ਮਿਹਨਤ ਹੁੰਦੀ ਹੈ ਜੀ। ਕਾਹਲੀ ਦੇ ਵਿੱਚ ਕੋਈ ਚੀਜ਼ ਜਲਦੀ ਪਾਈ ਨਹੀਂ ਜਾਂਦੀ ਹੈਗੀ। ਅਤੇ ਇਹ ਵੀ ਨਹੀਂ ਹੈਗਾ ਜੇ ਮਿਹਨਤ ਕੀਤੀ ਹੈ ਤਾਂ ਉਹਦਾ ਫਲ ਨਹੀਂ ਮਿਲੂਗਾ, ਫਲ ਵੀ ਜ਼ਰੂਰ ਮਿਲੂਗਾ। ठीक है। बट जदों आप आगे आवांगे, ठीक है, मत पूछो मेरी मंजिल कहाँ है, अभी तो चलने का इरादा किया है, अभी तो मैंने चलने का इरादा किया है, मत पूछो मेरी मंजिल कहाँ है। तो मंजिल पहले पूछन लग पैणगे। ठीक है। बट जिद्दन मंजिल ते पहुँच गए जग ने खड़ खड़ के वेखना है, ये जग ही मचदा फिर अपने तो। इस करके अपना किसी तो मचना, जग नूं मचाउणा है। ठीक है। कुछ बन के दिखाना है अपने माँ बाप का, जिन्हें अपने आस्ते इन्ने तसीहे सहे ने, दिन रात तो अपने आस्ते जागे ने, अपनी फीसां भरीਆਂ ने, ਉਹਨਾਂ ਨੂੰ ਵੀ ਆਪਾਂ ਇੱਕ ਦਿਨ ਮਾਣ ਦਿਵਾਉਣਾ ਸਮਾਜ ਦੇ ਵਿੱਚ। ਤੇ ਇਹ ਆਪਾਂ ਹੀ ਕਰ ਸਕਦੇ ਹਾਂ ਬੱਚਿਓ। ਉਹਨਾਂ ਦਾ ਜਿਹੜਾ ਸਹਾਰਾ ਆਪਾਂ ਹੀ ਹੈ। ਠੀਕ ਹੈ। ਉਹਨਾਂ ਨੂੰ ਹੋਰ ਨਹੀਂ ਅੱਗੇ ਕੋਈ ਵਧਾ ਕੇ ਲੈ ਕੇ ਜਾਊਗਾ, ਆਪਣੇ ਉੱਤੇ ਸਹਾਰਾ ਉਹਨਾਂ ਦਾ, ਆਪਾਂ ਹੀ ਉਹਨਾਂ ਦਾ ਨਾਮ ਰੋਸ਼ਨ ਕਰ ਸਕਦੇ ਹਾਂ। ਠੀਕ ਹੈ। ਉਹ ਵੀ ਕਿਸੇ ਦਿਨ ਕਹਿ ਸਕਣ ਵੀ ਸਾਡਾ ਬੱਚਾ ਵੀ ਸਰਕਾਰੀ ਨੌਕਰੀ ਲੱਗਿਆ, ਸਾਡਾ ਬੱਚਾ ਵੀ ਅੱਜ ਇੱਥੇ ਲੱਗਿਆ। ਇਸ ਕਰਕੇ ਪੜ੍ਹੋ ਦੱਬ ਕੇ, ਮਿਹਨਤ ਕਰਦੇ ਰਹੋ ਤਾਂ ਜੋ ਸਫਲਤਾ ਜਿਹੜੀ ਹੈਗੀ ਆਪਣੇ ਇੱਕ ਦਿਨ ਜ਼ਰੂਰ ਪੈਰ ਚੁੰਮੇਗੀ। ਠੀਕ ਹੈ। ਚਲੋ ਇਸੇ ਨੋਟ ਨਾਲ ਆਸ਼ਾ ਕਰਦਾ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਮੋਟੀਵੇਟ ਹੋ ਗਏ ਹੋਵੋਗੇ। ਅੱਗੇ ਵਧਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਵੱਲ। ਕੀ ਕਹਿੰਦਾ ਜੀ, ਇੱਕ ਕਾਰਡ ਇੱਕ ਖਾਦ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਹੈ। ਜੋ ਇੱਕ ਕਾਰਡ ਇੱਕ ਖਾਦ ਯੋਜਨਾ ਹੈਗੀ ਆ, ਇਹ ਕਿਸ ਮੰਤਰਾਲੇ ਦੁਆਰਾ, किस मिनिस्ट्री द्वारा जोड़ा है शुरू किया गया है। तो ये शुरू किया गया जी मिनिस्ट्री ऑफ एग्रीकल्चर द्वारा। ठीक है जी, मिनिस्ट्री ऑफ एग्रीकल्चर द्वारा है शुरू किया गया। तो इत्थे नोट कर दें जी,
ਮਿਨਿਸਟਰੀ ਆਫ ਐਗਰੀਕਲਚਰ ਦੁਆਰਾ ਹੈਗਾ ਜਿਹੜਾ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਹੋਵੇਗਾ ਕੀ ਸਭ ਤੋਂ ਪਹਿਲਾਂ, ਇਸ ਦੇ ਵਿੱਚ ਜੋ ਆਪਣਾ ਖਾਦ ਦੇ ਵਿੱਚ ਆਉਂਦਾ ਯੂਰੀਆ ਆਉਂਦਾ, ਠੀਕ ਹੈ, ਜੋ ਫਰਟੀਲਾਈਜ਼ਰ ਆਉਂਦਾ, ਜੋ ਯੂਰੀਆ ਆਉਂਦਾ, ਜੋ ਫਰਟੀਲਾਈਜ਼ਰ ਆਉਂਦਾ, ਜੋ NPK ਆਉਂਦਾ, ਜੋ ਜ਼ਿੰਕ ਆਉਂਦਾ, ਠੀਕ ਹੈ, ਇਹ ਜੋ ਜ਼ਿੰਕ ਆਉਂਦਾ ਸਾਰਾ ਕੁਛ ਆਉਂਦਾ ਜਾਂ ਤਾਂ ਪ੍ਰਾਈਵੇਟ ਆਉਂਦਾ ਜਾਂ ਕੀ ਆਉਂਦਾ ਪਬਲਿਕ ਆਉਂਦਾ। ਇਹ ਸਰ ਪ੍ਰਾਈਵੇਟ ਪਬਲਿਕ ਕੀ ਹੁੰਦਾ? ਪ੍ਰਾਈਵੇਟ ਹੁੰਦਾ ਜੋ ਪ੍ਰਾਈਵੇਟ ਸੰਸਥਾਵਾਂ ਨੇ, ਪਬਲਿਕ ਹੋ ਗਿਆ ਸਰਕਾਰੀ ਸੰਸਥਾਵਾਂ ਨੇ। ਇਹ ਕੀ ਕਰਦੇ ਨੇ? ਯੂਰੀਆ, ਫਰਟੀਲਾਈਜ਼ਰ, NPK, ਜ਼ਿੰਕ ਵਗੈਰਾ ਪੈਦਾ ਕਰਦੇ ਨੇ। ਤਾਂ ਇਹ ਕਹਿ ਸਰਕਾਰ ਨੇ ਕਿਹਾ ਹੈ ਵੀ ਇਹ ਸਾਰੇ ਹੁਣ ਅਲੱਗ-ਅਲੱਗ ਪੈਦਾ ਨਾ ਕਰਕੇ ਇੱਕੋ ਬ੍ਰਾਂਡ ਥੱਲੇ ਕੰਮ ਕਰਨਗੇ, ਜਿਸ ਦਾ ਨਾਮ ਕੀ ਹੋਊਗਾ? ਭਾਰਤ ਬ੍ਰਾਂਡ। ਜਿਸ ਦਾ ਨਾਮ ਕੀ ਹੋਏਗਾ? ਭਾਰਤ ਬ੍ਰਾਂਡ ਜਿਸ ਦਾ ਨਾਮ ਹੋਏਗਾ ਜੀ। ਹੁਣ ਕੀ ਹੋਏਗਾ? ਜਦੋਂ ਵੀ ਕੋਈ ਯੂਰੀਆ ਆਊਗੀ ਕੀ ਨਾਮ ਤੇ ਆਊਗੀ? ਭਾਰਤ ਯੂਰੀਆ, ਭਾਰਤ ਫਰਟੀਲਾਈਜ਼ਰ, ਭਾਰਤ NPK, ਠੀਕ ਹੈ। ਤਾਂ ਇਸ ਦੇ ਨਾਲ ਕੀ ਹੈ? ਭਾਰਤ ਬ੍ਰਾਂਡ ਦੀ ਜਿਹੜੀ ਹੈ ਉਹ ਚਾਲੂ ਕਰ ਦਿੱਤਾ ਗਿਆ। ਇਸੇ ਕਰਕੇ ਕਿਹਾ ਗਿਆ ਇੱਕ ਕਾਰਡ ਇੱਕ ਖਾਦ, ਹਰੇਕ ਜਿਹੜਾ ਹੈਗਾ ਕੰਟਰੀ ਦੇ ਹਰੇਕ ਹਿੱਸੇ ਦੇ ਵਿੱਚ ਇੱਕੋ ਖਾਦ ਜਿਹੜੀ ਹੈਗੀ ਉਹ ਉਪਲਬਧ ਕੀਤੀ ਜਾਊਗੀ। ਕਿਸੇ ਨੂੰ ਜਿਹੜੀ ਮਾੜੀ ਹੈ, ਕਿਸੇ ਨੂੰ ਚੰਗੀ ਹੈ, ਉਸ ਦੇ ਵਿੱਚ ਰੌਲਾ ਖਤਮ ਕਰ ਦਿੱਤਾ ਗਿਆ। ਤਾਂ ਕਿਸ ਬ੍ਰਾਂਡ ਦੀ ਯੋਜਨਾ ਕੀਤੀ ਗਈ? ਪੇਪਰ ਦੇ ਵਿੱਚ ਪੁੱਛਿਆ ਜਾਊਗਾ ਭਾਰਤ ਬ੍ਰਾਂਡ ਦੀ, ਠੀਕ ਹੈ। ਕਿਸ ਮਿਨਿਸਟਰੀ ਦੁਆਰਾ? ਮਿਨਿਸਟਰੀ ਆਫ ਐਗਰੀਕਲਚਰ ਦੁਆਰਾ ਇੱਕ ਕਾਰਡ ਇੱਕ ਖਾਦ ਦੀ ਜਿਹੜੀ ਹੈਗੀ ਯੋਜਨਾ ਲੈ ਕੇ ਆਂਦੀ ਗਈ ਹੈ। ਵਨ ਨੇਸ਼ਨ ਵਨ ਰਾਸ਼ਨ ਕਾਰਡ। ਹੁਣ ਦੇਖੋ ਜੀ, ਇੱਕ ਆਪਣੀ ਗੱਲ ਹੈ ਵਨ ਕਾਰਡ ਵਨ ਫਰਟੀਲਾਈਜ਼ਰ, ਇਹਦੇ ਨਾਲ ਸੰਬੰਧਿਤ ਜਿਹੜੇ ਕੁਐਸਚਨ ਬਣਦੇ ਨੇ ਪਲੱਸ ਮਿਨਿਸਟਰੀ ਨਾਲ ਜੋ ਸੰਬੰਧਿਤ ਕੁਐਸਚਨ ਬਣਦੇ ਨੇ ਉਹ ਸਟੈਟਿਕ ਜੀਕੇ ਦੇ ਵਿੱਚ ਪੋਰਸ਼ਨ ਦੇ ਵਿੱਚ ਆ ਚੁੱਕੇ ਨੇ, ਠੀਕ ਹੈ। ਤੁਹਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈਗੀ, ਬਸ ਵੀਡੀਓ ਨੂੰ ਰੈਗੂਲਰ ਫੋਲੋ ਕਰਦੇ ਰਹੋ, ਤੁਹਾਡਾ ਜਿਹੜਾ ਇੱਕ ਇਨਹਾਂਸ ਆਊਗਾ ਨੌਲੇਜ ਦੇ ਵਿੱਚ। ਵਨ ਨੇਸ਼ਨ ਵਨ ਰਾਸ਼ਨ ਕਾਰਡ, ਠੀਕ ਹੈ। ਇਸ ਦੀ ਗੱਲ ਕਰੀਏ, ਇਹ ਕੀ ਹੈ? ਇਸ ਦੇ ਵਿੱਚ ਕੀ ਹੈ? ਕਿਸੇ ਵੀ ਰਾਜ ਦੇ ਵਿੱਚ, ਕਿਸੇ ਵੀ ਰਾਜ ਦੇ ਵਿੱਚ, ਠੀਕ ਹੈ, ਭੋਜਨ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸੇ ਵੀ ਰਾਜ ਦੇ ਵਿੱਚ ਭੋਜਨ ਪ੍ਰਾਪਤ ਕਰ ਸਕਦੇ ਹਾਂ। ਇੱਕ ਰਾਸ਼ਨ ਕਾਰਡ ਦੇ ਨਾਲ ਇੱਕੋ ਸਾਰੇ ਦੇਸ਼ ਦੇ ਵਿੱਚ ਕਿਤੇ ਵੀ ਤੁਸੀਂ ਭੋਜਨ ਪ੍ਰਾਪਤ ਕਰ ਸਕਦੇ ਹੋ। ਤੇ ਜੇ ਪੁੱਛਿਆ ਜਾਵੇ ਇਹ ਕਿਹੜੇ ਐਕਟ ਦੇ ਤਹਿਤ ਆਇਆ ਸੀਗਾ, ਤੇ ਇਹ ਨੋਟ ਕਰੋ ਜੀ, ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013, ਠੀਕ ਹੈ। ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਤਹਿਤ ਜਿਹੜਾ ਹੈਗਾ ਵਨ ਨੇਸ਼ਨ ਵਨ ਕਾਰਡ ਯੋਜਨਾ ਆਈ ਸੀਗੀ। ਇਹ ਆਈ ਕਦੋਂ ਸੀ? ਤਾਂ ਇਹ ਆਈ ਸੀ ਅਗਸਤ 2019 ਦੇ ਵਿੱਚ ਜਿਹੜੀ ਹੈਗੀ ਉਹ ਲਾਗੂ ਕਰ ਦਿੱਤੀ ਗਈ ਸੀ। ਅਗਸਤ 2019 ਦੇ ਵਿੱਚ ਜਿਹੜੀ ਹੈਗੀ ਆ ਉਹ ਲਾਗੂ ਕਰ ਦਿੱਤੀ ਗਈ ਸੀ ਜੀ, ਠੀਕ ਹੈ। ਵਨ MLA ਵਨ ਪੈਨਸ਼ਨ ਯੋਜਨਾ, ਇਹ ਕਿੱਥੋਂ ਦੀ ਹੈ? ਇਹ ਹੈਗੀ ਜੀ ਪੰਜਾਬ ਦੀ, ਠੀਕ ਹੈ। ਇਹ ਹੈਗੇ ਜੀ ਪੰਜਾਬ ਦੀ। ਹੈਲਥ ਮਿਨਿਸਟਰੀ ਆਫ ਇੰਡੀਆ, ਹੈਲਥ ਮਿਨਿਸਟਰ ਆਫ ਇੰਡੀਆ ਕੌਣ ਨੇ? ਇਹ ਨੋਟ ਕਰੋ ਜੀ, ਇਹ ਹੈਗੇ ਨੇ ਮਨਸੁਖ ਮਾਂਡਵੀਆ। ਮਨਸੁਖ ਮਾਂਡਵੀਆ। ਐਗਰੀਕਲਚਰ ਮਿਨਿਸਟਰ ਕੌਣ ਨੇ? ਤਾਂ ਨਰਿੰਦਰ ਸਿੰਘ ਤੋਮਰ। ਨਰਿੰਦਰ ਸਿੰਘ ਤੋਮਰ ਕੌਣ ਨੇ? ਆਪਣੇ ਐਗਰੀਕਲਚਰ ਮਿਨਿਸਟਰ ਨੇ, ਠੀਕ ਹੈ ਜੀ। ਐਜੂਕੇਸ਼ਨ ਮਿਨਿਸਟਰ ਕੌਣ ਨੇ ਆਪਣੇ? ਤੇ ਇਹ ਹੈਗੇ ਜੀ ਧਰਮੇਂਦਰ ਪ੍ਰਧਾਨ। ਧਰਮੇਂਦਰ ਪ੍ਰਧਾਨ ਕੀ ਹੈਗੇ ਨੇ? ਐਜੂਕੇਸ਼ਨ ਮਿਨਿਸਟਰ ਨੇ। ਐਜੂਕੇਸ਼ਨ ਮਿਨਿਸਟਰ ਆਫ ਪੰਜਾਬ, ਠੀਕ ਹੈ ਜੀ। ਐਜੂਕੇਸ਼ਨ ਮਿਨਿਸਟਰ ਆਫ ਪੰਜਾਬ, ਇਸ ਨੂੰ ਤੁਸੀਂ ਕੀ ਹੈ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ ਜੀ, ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਦਿਓ, ਠੀਕ ਹੈ। ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ, ਐਜੂਕੇਸ਼ਨ ਮਿਨਿਸਟਰ ਆਫ ਪੰਜਾਬ। ਅੱਗੇ ਗੱਲ ਕਰੀਏ ਮੈਕਸਿਮਮ ਫਰਟੀਲਾਈਜ਼ਰ ਦੀ ਗੱਲ ਕਰੀਏ। ਮੈਕਸਿਮਮ ਫਰਟੀਲਾਈਜ਼ਰ, ਤਾਂ ਮੈਕਸਿਮਮ ਫਰਟੀਲਾਈਜ਼ਰ ਕੌਣ ਪੈਦਾ ਕਰਦਾ ਹੈ? ਠੀਕ ਹੈ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਦਾ ਕਰਦਾ ਗੁਜਰਾਤ। ਸਟੇਟ ਨੰਬਰ 1 ਸਟੇਟ ਪੁੱਛ ਲਈ ਜਾਵੇ ਤਾਂ ਕਿਹੜੀ ਹੈ? ਗੁਜਰਾਤ। ਕੰਟਰੀ ਦੇ ਵਿੱਚ ਨੰਬਰ 1 ਤੇ ਕੌਣ ਆਉਂਦਾ? ਤਾਂ ਇਹ ਆਉਂਦਾ ਜੀ ਚਾਈਨਾ। ਕਿਹੜੀ ਕੰਟਰੀ ਆਉਂਦੀ ਹੈ? ਚਾਈਨਾ, ਠੀਕ ਹੈ। ਮੈਕਸਿਮਮ ਫਰਟੀਲਾਈਜ਼ਰ ਪ੍ਰੋਡਕਸ਼ਨ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਅੱਗੇ ਗੁਜਰਾਤ ਹੈ। ਵਰਲਡ ਦੇ ਵਿੱਚ ਸਭ ਤੋਂ ਅੱਗੇ ਕੌਣ ਚੱਲ ਰਿਹਾ? ਚਾਈਨਾ ਚੱਲ ਰਿਹਾ ਜੀ। ਅੱਜ ਥੋੜਾ ਜਿਹਾ ਗਲਾ ਖਰਾਬ ਹੈ, ਠੀਕ ਹੈ। ਅੱਗੇ ਅਗਲੇ ਕੁਐਸਚਨ ਵੱਲ ਵੱਧਦੇ ਹਾਂ। ਸਾਤਵਿਕਸਾਈ ਰਾਜ ਚਿਰਾਗ ਸ਼ੈੱਟੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਕਿੱਥੇ ਜਿੱਤਦੇ ਹਨ? ਸਾਤਵਿਕ ਸਾਈ ਰਾਜ, ਇਹ ਸਾਤਵਿਕ ਸਾਈ ਰਾਜ ਤੇ ਚਿਰਾਗ ਸ਼ੈੱਟੀ ਇਹਨਾਂ ਦੀ ਜੋੜੀ ਹੈ ਜੀ। ਹਾਂਜੀ ਜੋੜੀ ਹੈ ਜੀ, ਉਹ ਤਾਂ ਦਿਖ ਵੀ ਰਹੀ ਹੈ, ਵਿੱਚ ਡੈਸ਼ 'ਚ ਵੀ ਲੱਗਿਆ ਜੋੜੀ ਲੱਗ ਰਹੀ ਹੈ। ਇਹਨਾਂ ਨੇ ਕੀ ਜਿੱਤਿਆ ਹੈਗਾ? ਕਾਂਸੀ ਦਾ ਤਗਮਾ ਜਿੱਤਿਆ। ਪਹਿਲਾਂ ਆਪਾਂ ਵੇਖ ਲੈਣੇ ਵੀ ਕਿੱਥੇ ਜਿੱਤਿਆ। ਇਹ ਜਿੱਤਿਆ ਜੀ ਟੋਕੀਓ ਦੇ ਵਿੱਚ।
कित्थे जित्तिया? टोक्यो दे विच। नोट करो किहड़ा जित्तिया हैगा जी? ब्रॉन्ज मैडल जित्तिया। किन्हां ने जित्तिया हैगा? सात्विक साईराज ते चिराग शेट्टी ने, इन्हां दोवां ने की जित्तिया? ब्रॉन्ज मैडल जित्तिया। कित्थे जित्तिया? तो ये जित्तिया जी विश्व चैंपीयनशिप। सर सारा कुछ तो तुसीं दस रहे हो, गेम नहीं पता चली किहड़ी गेम दे विच जित्तिया। तो ये जो विश्व चैंपीयनशिप हुई है ये संबंधित हैगी जी बैडमिंटन दे नाल। हाँ जी, हुण पता लग्या है भी ये किस नाल संबंधित है? बैडमिंटन दे नाल। तो बैडमिंटन दे विच जिहड़ा हैगा टोक्यो दे विच हाल ही विच विश्व चैंपीयनशिप जिहड़ी हुई है उस दे विच दो जिहड़ी जोड़ी हैगी आ सात्विक साईराज ते चिराग शेट्टी ने की जित्तिया? ब्रॉन्ज मैडल जित्तिया हैगा। ठीक है जी। सर कुछ होर भी इंपॉर्टेंट हैगा इन्हां दोवां बारे? बिल्कुल हैगा जी। नोट करो की इंपॉर्टेंट हैगा भी इन्हां ने हाल ही विच होए कॉमनवैल्थ 2022 गेमां दे विच गोल्ड मैडल जित्तिया सी। नोट करो इस चीज़ नूं, जो कॉमन वैल्थ जो गेम्स हुई सी 2022 दे विच उस दे विच किहड़ा मैडल जित्तिया सी इन्हां ने? गोल्ड मैडल जित्तिया सीगा जी। ठीक है जी। चलो अगे वेखते हैं जी पीवी सिंधु। हुण देखो जी गल आई है बैडमिंटन की, तो नाम आउंदा सब तो पहला पीवी सिंधु का। तो पीवी सिंधु बारे जो भी फैक्ट बनते हैं अज आप इस वीडियो के विच डिस्कस कर लैंदे जी। चलो शुरू करते हैं। पीवी सिंधु सब तो पहले इन्होंने गोल्ड जित्तिया जी। की जित्तिया है? गोल्ड। कित्थे जित्तिया सी? 2019 दी वर्ल्ड चैंपीयनशिप दे विच। 2019 दी वर्ल्ड चैंपीयनशिप दे विच। हुण ये चीज़ां आपां नूं करंट अफेयर दे विच बहुत घट पढ़ाईआं जांदियां ने ते पेपर दे विच यही पुछीआं जांदियां ने। ठीक है जी। गोल्ड जिहड़ी हैगी जित्तिया सी 2019 दी वर्ल्ड चैंपीयनशिप दे विच। अगे गल करिए तो फिर गोल्ड जित्तिया सीगा काहदे विच? हाल ही दे विच की होया सीगा? कॉमनवैल्थ गेम्स। कॉमनवैल्थ जो गेम्स हुई सी 2022 दे विच होईयां, कित्थे होईयां सी? बर्मिंघम दे विच होईयां सी जी। तो उत्थे की जित्तिया? गोल्ड मैडल जित्तिया सी। तो टोक्यो ओलंपिक की गल कर ली जाए, टोक्यो ओलंपिक्स 2021 दे विच किहड़ा मैडल जित्तिया सी? ब्रॉन्ज मैडल जित्तिया सीगा जी। ठीक है। रियो ओलंपिक्स की गल की जाए, रियो ओलंपिक्स दे विच किहड़ा मैडल जित्तिया सी? तो ये जित्तिया सी जी सिल्वर, जिस तो बाद सिल्वर गर्ल दे नाल भी जानिया जांदा सी। एशियन बैडमिंटन चैंपीयनशिप की गल करिए, एशियन बैडमिंटन चैंपीयनशिप, एशियन बैडमिंटन चैंपीयनशिप दे विच किहड़ा मैडल जित्तिया सीगा? ते ये जित्तिया सी जी ब्रॉन्ज मैडल जित्तिया सी इन्हां ने। ठीक है जी। अगे गल करिए सिंगापुर ओपन, सिंगापुर ओपन प्लस स्विस ओपन, स्विस ओपन ये दोवें दे कौन कौन जित्तिया? इसनूं जित्तिया जी पीवी सिंधु ने। हाल ही दे विच करंट दा क्वेश्चन आ पेपर दे विच जरूर पूछा जाऊगा। सिंगापुर ओपन ते स्विस ओपन कित्थे किन्हां ने जित्तिया हैगा? तो पीवी सिंधु ने जित्तिया हैगा। ते अवार्ड किहड़े किहड़े मिले ने पीवी सिंधु नूं? तो ये मिले जी पद्म अवार्ड, पद्म भूषण मिलिया हैगा। ठीक है। पद्म श्री मिलिया हैगा जी, प्लस किहड़ा मिलिया हैगा? अर्जुन अवार्ड। अर्जुन अवार्ड जिहड़ा मिलिया हैगा। ठीक है। की बार पर थोड़ा रिवाइज कर लीए। गोल्ड मैडल जित्तिया सी सब तो पहला 2019 दी वर्ल्ड चैंपीयनशिप दे विच। गोल्ड मैडल हाल ही दे विच जित्तिया हैगा जो कॉमनवैल्थ गेम्स होईयां सी बर्मिंघम दे विच। टोक्यो ओलंपिक दे विच ब्रॉन्ज मैडल जित्तिया सीगा। रियो ओलंपिक्स दे विच जिहड़ा हैगा सिल्वर मैडल जित्तिया सीगा। एंड एशिया बैडमिंटन चैंपीयनशिप जो हाल ही दे विच हुई है उस दे विच ब्रॉन्ज मैडल जित्तिया हैगा। ठीक है। सिंगापुर ओपन प्लस जो दोवें होए ने स्विस ओपन, इस दे विजेता कौन रही है? पीवी सिंधु। पद्म भूषण, पद्म श्री ते अर्जुन अवार्ड जिहड़े हैगे पीवी सिंधु नूं मिल चुके हैं। ठीक है जी। हुण पीवी सिंधु बारे क्वेश्चन कोई भी पुछ लवे बाहरों नहीं आऊगा, इस दे विच्चों ही जिहड़ा हैगा क्वेश्चन वो पुछया जाऊगा। बैडमिंटन दे नाल एक होर संबंधित नाम आउंदा जिसका नाम है जी लक्ष्य सेन। ठीक है। इन्हां दा की कारनामा जी? इन्हां ने की कीता हैगा 2022 दे विच जो कॉमनवैल्थ गेम्स होईयां सी, कॉमनवैल्थ गेम्स हुई सी कित्थे हुई सी? बर्मिंघम दे विच हुई सी। इन्हां ने की जित्ते सी? इस दे विच गोल्ड मैडल जित्तिया सीगा जी। ठीक है जी। होर की इन्हां दी जित्तिया जी? इन्हां ने थॉमस कप जिहड़ा होया सी,
ਥੋਮਸ ਕੱਪ ਬੈਡਮਿੰਟਨ ਨਾਲ ਸੰਬੰਧਿਤ ਹੈ, ਉਸ ਦੇ ਵਿੱਚ ਵੀ ਇਹਨਾਂ ਨੇ ਕੀ ਜਿੱਤਿਆ ਸੀਗਾ, 골ਡ ਮੈਡਲ ਜਿੱਤਿਆ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈ। ਅੱਗੇ ਗੱਲ ਕਰੀਏ ਪ੍ਰਮੋਦ ਭਗਤ ਦੀ। ਪ੍ਰਮੋਦ ਭਗਤ ਨੇ ਕੀ ਜਿੱਤਿਆ ਹੈਗਾ, ਇਹ ਪਹਿਲੀ ਗੱਲ ਹੈ ਕੌਣ ਨੇ, ਇਹ ਪੈਰਾ ਬੈਡਮਿੰਟਨ ਹੈ ਜੀ। ਇਹ ਸਰ ਪੈਰਾ ਬੈਡਮਿੰਟਨ ਕੀ ਹੁੰਦਾ ਹੈ, ਠੀਕ ਹੈ, ਪੈਰਾ ਬੈਡਮਿੰਟਨ ਪਲੇਅਰ ਨੇ, ਠੀਕ ਹੈ। ਪੈਰਾ ਹੁੰਦੇ ਨੇ ਜਿਨ੍ਹਾਂ ਦੇ ਮਤਲਬ ਅੰਗਹੀਨ ਹੁੰਦੇ ਨੇ, ਠੀਕ ਹੈ, ਕੋਈ ਨਾ ਕੋਈ ਜਿਹੜੇ ਡਿਫੈਕਟਿਵ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਕੀ ਕਹਿੰਦੇ ਨੇ, ਪੈਰਾ ਕਿਹਾ ਜਾਂਦਾ, ਪੈਰਾ ਖਿਡਾਰੀ ਹੁੰਦੇ ਨੇ, ਤੇ ਉਹ ਪੈਰਾ ਬੈਡਮਿੰਟਨ ਖਿਡਾਰੀ ਨੇ, ਠੀਕ ਹੈ। ਟੋਕੀਓ ਓਲੰਪਿਕ ਦੇ ਵਿੱਚ, ਟੋਕੀਓ ਓਲੰਪਿਕ ਦੇ ਵਿੱਚ ਕਿਹੜਾ ਮੈਡਲ ਜਿੱਤਿਆ ਸੀਗਾ, ਇਹਨਾਂ ਨੇ ਜਿੱਤਿਆ ਸੀਗਾ 골ਡ ਮੈਡਲ ਜਿੱਤਿਆ ਸੀਗਾ। ਤਾਂ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਨੇ ਇਹਨਾਂ ਨੂੰ, ਤਾਂ ਨੋਟ ਕਰੋ ਜੀ, ਪਦਮ ਸ਼੍ਰੀ ਤੇ ਅਰਜੁਨ ਅਵਾਰਡ, ਇਹ ਦੋਵੇਂ ਅਵਾਰਡ ਜਿਹੜੇ ਹੈਗੇ ਨੇ ਇਹਨਾਂ ਨੂੰ ਮਿਲ ਚੁੱਕੇ ਨੇ, ਠੀਕ ਹੈ ਜੀ। ਬੈਡਮਿੰਟਨ ਕੱਪਸ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੱਪ ਆਉਂਦੇ ਨੇ, ਇੱਕ ਤਾਂ ਨਾਮ ਆਉਂਦਾ ਜੀ ਥੋਮਸ ਕੱਪ ਦਾ, ਥੋਮਸ ਕੱਪ ਦਾ ਨਾਮ ਆਉਂਦਾ ਜੀ। ਇਹ ਹਾਲ ਹੀ ਦੇ ਵਿੱਚ ਹੋਇਆ ਸੀ, ਤੇ ਕਿਹਨੇ ਜਿੱਤਿਆ, ਇਹ ਇੰਡੀਆ ਨੇ ਜਿੱਤਿਆ ਸੀ। ਕਿੰਨੇ ਸਾਲਾਂ ਬਾਅਦ ਜਿੱਤਿਆ ਸੀ, ਤੇ 73 ਸਾਲਾਂ ਵਿੱਚ, ਓ ਮਾਈ ਗॉड, 73 ਸਾਲਾਂ ਵਿੱਚ ਪਹਿਲੀ ਵਾਰ ਕਿਹਨੇ ਜਿੱਤਿਆ ਸੀ, ਇੰਡੀਆ ਨੇ ਜਿੱਤਿਆ ਸੀ। ਤੇ ਇੰਡੀਆ ਦੀ ਇਮੇਜ ਅਬ ਸੁਧਰ ਰਹੀ ਹੈ। ਥੋਮਸ ਕੱਪ ਇੰਡੀਆ ਨੇ ਜਿੱਤਿਆ ਸੀ 73 ਸਾਲ ਬਾਅਦ। ਤੇ ਕਮੈਂਟ ਬਾਕਸ ਦੇ ਵਿੱਚ ਇਹ ਵੀ ਦੱਸ ਦਿਓ ਵੀ ਇੰਡੀਆ ਨੇ ਟੋਕੀਓ ਓਲੰਪਿਕ ਦੇ ਵਿੱਚ ਹਾਕੀ ਦੇ ਵਿੱਚ ਬ੍ਰੌਂਜ ਮੈਡਲ ਕਿੰਨੇ ਸਾਲਾਂ ਬਾਅਦ ਜਿੱਤਿਆ ਸੀ। ਦੁਬਾਰਾ ਸੁਣ ਲਓ, ਟੋਕੀਓ ਓਲੰਪਿਕਸ ਦੇ ਵਿੱਚ ਹਾਕੀ ਟੀਮ ਨੇ ਬ੍ਰੌਂਜ ਮੈਡਲ ਕਿੰਨੇ ਸਾਲਾਂ ਬਾਅਦ ਜਿੱਤਿਆ ਸੀ। ਨੋਟ ਕਰ ਲਓ ਕਮੈਂਟ ਬਾਕਸ ਦੇ ਵਿੱਚ, ਮੈਂ ਵੇਖਦਾ ਜੀ ਕਿਹਨੂੰ ਕਿਹਨੂੰ ਆਨਸਰ ਪਤਾ ਇਸ ਚੀਜ਼ ਦਾ। ਦੈਨ ਕਿਹੜੇ ਕਿਹੜੇ ਹੁੰਦੇ ਨੇ, ਊਬਰ ਕੱਪ ਇੱਕ ਫੇਮਸ ਹੈ ਜੀ ਇਸ ਦੇ ਨਾਲ, ਊਬਰ ਕੱਪ, ਠੀਕ ਹੈ। ਇਹ ਹਾਲ ਹੀ ਦੇ ਵਿੱਚ ਹੋਇਆ ਸੀ, ਤੇ ਕਿਸ ਨੇ ਜਿੱਤਿਆ, ਇਹ ਜਿੱਤਿਆ ਸੀ ਸਾਊਥ ਕੋਰੀਆ ਨੇ ਜਿੱਤਿਆ ਸੀ ਜੀ। ਕਿਸ ਨੇ ਜਿੱਤਿਆ ਸੀ, ਸਾਊਥ ਕੋਰੀਆ ਨੇ। ਥੋਮਸ ਕੱਪ ਕਿਹਨੇ ਜਿੱਤਿਆ ਸੀ, ਇੰਡੀਆ ਨੇ। ਕਿੰਨੇ ਸਾਲਾਂ ਬਾਅਦ, 73 ਸਾਲਾਂ ਬਾਅਦ ਜਿੱਤਿਆ ਸੀਗਾ ਜੀ, ਠੀਕ ਹੈ। ਅੱਗੇ ਕੁਐਸਚਨ ਹੈਗਾ ਜੀ ਲੁਸਾਨੇ ਡਾਇਮੰਡ, ਅਗਲਾ ਵੀ ਗੇਮ ਦਾ ਕੁਐਸਚਨ ਹੈ ਜੀ। ਲੁਸਾਨੇ ਡਾਇਮੰਡ ਲੀਗ 2022 ਖਿਤਾਬ ਕਿਸ ਨੇ ਜਿੱਤਿਆ। ਡਾਇਮੰਡ ਦੀ ਗੱਲ ਆਈ ਹੈ ਤੇ ਫਿਰ ਨਾਲ ਗੱਲ ਸੋਨੇ ਦੀ ਵੀ ਆਉਂਦੀ ਹੈ। ਕਿਹਦੀ ਗੱਲ ਆਉਂਦੀ ਆ, 골ਡਨ ਬॉय ਦੀ। 골ਡਨ ਬॉय ਸਰ, ਹਾਂਜੀ 골ਡਨ ਬॉय ਤੁਹਾਨੂੰ ਨਹੀਂ ਪਤਾ ਬੱਚੋ ਕਿਹਨੂੰ ਕਿਹਾ ਜਾਂਦਾ ਹੈ, ਕਿਹਨੂੰ ਕਿਹਾ ਜਾਂਦਾ। ਆਪਸ਼ਨ ਤੁਹਾਡੇ ਸਾਹਮਣੇ ਟਿਕ ਲਾ ਕੇ ਤੁਸੀਂ ਦੱਸ ਸਕਦੇ ਹੋ। ਕਿਹਾ ਜਾਂਦਾ ਜੀ ਬੀ ਆਪਸ਼ਨ ਆ ਜਾਊਗਾ ਜੀ, ਨੀਰਜ ਚੋਪੜਾ। ਤਾਂ ਲੁਸਾਨੇ ਡਾਇਮੰਡ ਲੀਗ, ਠੀਕ ਹੈ, ਇਹ ਕਿਸ ਨੇ ਜਿੱਤੀ ਹੈ, ਨੀਰਜ ਚੋਪੜਾ ਨੇ ਜਿੱਤੀ ਹੈ ਜੀ। ਨੋਟ ਕਰੋ ਸਭ ਤੋਂ ਪਹਿਲਾਂ ਨੀਰਜ ਚੋਪੜਾ। ਹੋਈ ਕਿੱਥੇ ਹੈ ਇਹ, ਨਾਮ ਤੋਂ ਹੀ ਦੱਸ ਰਿਹਾ ਜੀ, ਲੁਸਾਨੇ ਤੇ ਹੋਈ ਹੈ ਸਰ ਲੁਸਾਨੇ ਹੈ ਕਿੱਥੇ, ਇਹ ਹੈਗਾ ਜੀ ਸਵਿਟਜ਼ਰਲੈਂਡ ਦੇ ਵਿੱਚ। ਸਵਿਟਜ਼ਰਲੈਂਡ ਇੱਕ ਕੰਟਰੀ ਹੈ ਜੀ, ਠੀਕ ਹੈ। ਲੁਸਾਨੇ ਜਿਹੜੀ ਉਸ ਦਾ ਸ਼ਹਿਰ ਹੈਗਾ ਉਸ ਦੇ ਵਿੱਚ ਹੋਈ ਹੈਗੀ ਹੈ, ਠੀਕ ਹੈ। ਇਹ ਫਸਟ ਇੰਡੀਅਨ ਬਣ ਚੁੱਕੇ ਨੇ, ਫਸਟ ਇੰਡੀਅਨ ਟੂ ਵਿਨ ਲੁਸਾਨੇ ਡਾਇਮੰਡ ਲੀਗ, ਠੀਕ ਹੈ। ਪਹਿਲੇ ਇੰਡੀਅਨ ਬਣ ਚੁੱਕੇ ਨੇ ਜਿਸ ਨੇ ਲੁਸਾਨੇ ਡਾਇਮੰਡ ਲੀਗ ਨੂੰ ਜਿੱਤਿਆ ਹੈਗਾ। ਤਾਂ ਇਹ ਕਿਸ ਦੀ ਹੈਗੀ ਪ੍ਰਤੀਯੋਗਿਤਾ ਹੈਗੀ ਹੈ, ਇਹ ਹੈਗੀ ਜੀ ਜੈਵਲਿਨ ਥਰੋ ਦੀ। ਜੈਵਲਿਨ ਥਰੋ ਜਿਸ ਨੂੰ ਬਾਲਾ ਫੇਕਿਆ ਜਾਂਦਾ। ਤਾਂ ਕਿੰਨਾ ਇਹਨਾਂ ਨੇ ਦੂਰ ਸੁੱਟਿਆ ਸੀ, ਤਾਂ ਨੋਟ ਕਰੋ ਜੀ 89.08 ਮੀਟਰ ਜਿਹੜਾ ਹੈਗਾ ਇਹਨਾਂ ਨੇ ਜੈਵਲਿਨ ਜਿਹੜੀ ਹੈਗੀ ਥਰੋ ਕੀਤੀ ਸੀ। ਤਾਂ ਪੁੱਛ ਲਿਆ ਜਾਵੇ ਲੁਸਾਨੇ ਜਿਹੜੀ ਕਿ ਡਾਇਮੰਡ ਲੀਗ 2022 ਦਾ ਖਿਤਾਬ ਕਿਸ ਨੇ ਜਿੱਤਿਆ, ਨੀਰਜ ਚੋਪੜਾ ਨੇ ਜਿੱਤਿਆ, ਠੀਕ ਹੈ। ਲੁਸਾਨੇ ਦੇ ਵਿੱਚ ਹੋ ਰਹੀ ਹੈ। ਲੁਸਾਨੇ ਕਿੱਥੇ ਹੈ, ਸਵਿਟਜ਼ਰਲੈਂਡ ਦੇ ਵਿੱਚ ਹੈਗਾ। ਫਸਟ ਇੰਡੀਅਨ ਜਿਹੜੇ ਬਣ ਚੁੱਕੇ ਨੇ ਜਿਨ੍ਹਾਂ ਨੇ ਲੁਸਾਨੇ ਡਾਇਮੰਡ ਲੀਗ ਨੂੰ ਜਿੱਤਿਆ ਹੈਗਾ। ਕਿਸ ਨਾਲ ਸੰਬੰਧਿਤ ਹੈਗੀ ਹੈ, ਤਾਂ ਜੈਵਲਿਨ ਥਰੋ ਦੇ ਨਾਲ ਸੰਬੰਧਿਤ ਹੈਗੀ ਹੈ। ਹੁਣ ਗੱਲ ਕਰਦੇ ਹਾਂ ਜੀ ਨੀਰਜ ਚੋਪੜਾ ਦੀ। ਨੀਰਜ ਚੋਪੜਾ ਜੀ, ਇਸ ਦੇ ਕੁਐਸਚਨ ਤਾਂ ਪੇਪਰ ਦੇ ਵਿੱਚ ਪੱਕਾ ਹੀ ਪੁੱਛੇ ਜਾਣਗੇ, ਲਾਜ਼ਮੀ ਪੁੱਛੇ ਜਾਣਗੇ, ਠੀਕ ਹੈ ਜੀ। ਵਰਲਡ ਐਥਲੀਟ ਚੈਂਪੀਅਨਸ਼ਿਪ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਰਲਡ ਐਥਲੈਟਿਕ ਚੈਂਪੀਅਨਸ਼ਿਪ। ਇਹ ਕਿਉਂ ਲਿਖਾ ਰਹੇ ਹੋ ਸਰ, ਕਿਉਂਕਿ ਇਸ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਸੀ, ਤੇ ਇਸ ਦੇ ਵਿੱਚ ਨੀਰਜ ਚੋਪੜਾ ਨੇ ਕਿਹੜਾ ਮੈਡਲ ਜਿੱਤਿਆ ਸੀ, ਸਿਲਵਰ ਮੈਡਲ ਜਿੱਤਿਆ ਸੀ। ਟੋਕੀਓ ਓਲੰਪਿਕਸ ਦੇ ਵਿੱਚ ਕਿਹੜਾ ਮੈਡਲ ਜਿੱਤਿਆ ਸੀ, ਇਸ ਦੇ ਵਿੱਚ ਜਿੱਤਿਆ ਸੀ ਜੀ 골ਡ ਜਿੱਤਿਆ ਸੀ। ਕਿਹੜੀ ਤਰੀਕ ਨੂੰ, 7 ਅਗਸਤ ਨੂੰ। ਤਾਂ 7 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ ਉਹਨਾਂ ਦੇ ਨਾਂ ਤੇ, ਜੈਵਲਿਨ ਥਰੋ ਡੇ। ਜੈਵਲਿਨ ਥਰੋ ਡੇ ਜਿਹੜਾ ਹੈਗਾ 7 ਅਗਸਤ ਨੂੰ ਮਨਾਇਆ ਜਾਂਦਾ ਹੈਗਾ। 2021 ਦੇ ਵਿੱਚ ਇਹਨਾਂ ਨੂੰ ਕਿਹੜਾ ਅਵਾਰਡ ਮਿਲ ਗਿਆ ਸੀ, ਤਾਂ ਨੋਟ ਕਰੋ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ।
खेल रत्न जिहड़ा अवार्ड है 2021 ਦੇ ਵਿੱਚ मिल चुकिया है। 2018 ਦੇ ਵਿੱਚ ਕਿਹੜਾ ਮਿਲਿਆ ਸੀ ਤਾਂ ਇਹਨਾਂ ਨੂੰ ਮਿਲਿਆ ਸੀ 2018 ਦੇ ਵਿੱਚ अर्जुन अवार्ड। 2022 ਦੇ ਵਿੱਚ ਇਹਨਾਂ ਨੂੰ ਮਿਲਿਆ ਜੀ पद्म श्री। ठीक है जी। नीरज चोपड़ा बारे की गल्लां याद रखनियां ने, एक तो वर्ल्ड एथलैटिक चैंपीयनशिप हाल ही दे विच हुई है, उस दे विच सिल्वर मैडल जित्तिया सीगा। ठीक है। टोक्यो ओलंपिक्स दे विच गोल्ड 7 अगस्त नूं जित्तिया सी, इस करके 7 अगस्त नूं जैवलिन थ्रो डे मनाया जाता है। मेजर ध्यानचंद जिहड़ा खेल रत्न अवार्ड हैगा वो 2021 दे विच मिल चुकिया, 22 दे विच मिलिया है इन्हां नूं पद्म श्री, तो 2018 दे विच मिलिया हैगा अर्जुन अवार्ड। ठीक है जी। दैन नैक्सट गल करते हैं मेजर ध्यानचंद खेल रत्न अवार्ड बारे। ठीक है। मेजर ध्यानचंद खेल रत्न अवार्ड इन्हां नूं किहड़े नाम नाल जाणिया जांदा, नोट करो जी। इन्हां नूं पहलां राजीव गांधी खेल रत्न पुरस्कार नाल जाणिया जांदा सी। इन्हां नूं पहलां राजीव गांधी खेल रत्न अवार्ड दे नाल जिहड़ा हैगा वो जाणिया जांदा सी। कदों स्टार्ट होई सी तां इह होई सी जी 1991 तो स्टार्ट होई सी। पहला किनू मिलिया सी तो विश्वनाथ आनंद नूं मिलिया सी। ये विश्वनाथ आनंद कौन ने? ये चैस के प्लेयर ने जी। इन्हां नूं 1991 दे विच पहला मेजर ध्यानचंद जां कह लो राजीव गांधी खेल रत्न जिहड़ा अवार्ड है मिलिया सी। तो राजीव गांधी खेल रत्न अवार्ड का नाम बदल के हुण की रख दिता गया, मेजर ध्यानचंद खेल रत्न अवार्ड। ठीक है जी। 2021 ਦੇ ਵਿੱਚ ਜਿਹੜੇ ਹੈਗੇ ਕਿਹੜੇ ਪਲੇਅਰਸ ਨੂੰ ਮਿਲਿਆ ਹੈਗਾ ਇਹ ਨੋਟ ਕਰੋ, ਜਿਹੜੇ ਇੰਪੋਰਟੈਂਟ ਨੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਨਾਮ ਆਉਂਦਾ ਜੀ ਨੀਰਜ ਚੋਪੜਾ। ਠੀਕ ਹੈ। ਦੈਨ ਨਾਮ ਆਉਂਦਾ ਜੀ ਰਵੀ ਕੁਮਾਰ ਦਈਆ। ਤੇ ਰਵੀ ਕੁਮਾਰ ਦਈਆ ਦਾ ਸੰਬੰਧ ਕਿਸ ਗੇਮ ਨਾਲ ਹੈ? ਇਹਨਾਂ ਦਾ ਸੰਬੰਧ ਹੈ ਜੀ ਕੁਸ਼ਤੀ ਨਾਲ, ਰੈਸਲਿੰਗ ਨਾਲ ਸੰਬੰਧ ਹੈਗਾ। ਠੀਕ ਹੈ। ਪ੍ਰਮੋਦ भगत इन्हां दा संबंध किहदे नाल? बैडमिंटन दे नाल है जी। ठीक है। मिताली राज कौन ने? ये इंडियन क्रिकेटर वूमैन ने जी। ठीक है। सुनील छेत्री कौन ने? ये है जी फुटबॉलर ने, इंडिया फुटबॉल टीम के कैप्टन ने। ठीक है। मनप्रीत सिंह इहदा नोट करन जा रहे हैं जी। मनप्रीत सिंह ये की ने? अपने हॉकी टीम के कैप्टन ने। ठीक है। श्रीजेश PR ये कौन ने? अपनी इंडियन हॉकी टीम के गोलकीपर ने। ठीक है जी। इस चीज़ तुसीं नोट रखना है। नीरज चोपड़ा, रवि कुमार दहिया, प्रमोद भगत, मिताली राज, सुनील छेत्री, मनप्रीत सिंह तो सुरेश PR जिहड़ा हैगा इन्हां नूं जिहड़ा हैगा वो मेजर ध्यानचंद खेल रत्न अवार्ड 2021 दा जिहड़ा हैगा मिलिया हैगा। अर्जुन अवार्ड की गल करिए 2021 का किनू मिलिया हैगा, पेपर के पूछे जाते हैं एवं के क्वेश्चन, तो नोट कर लो इस नोटबुक से। ठीक है। इज्जत देनी है इस कंटेंट में पूरी। ठीक है। तो लाइक करो इस चीज़ को, शेयर करो वध तो वध। ठीक है। तो जो तुहाडा भी फायदा होवे इस दे विच, ते सानू भी इस तरह लगे भी साडी मेहनत जिहड़ी हैगी आ वो बच्चों को ज़्यादा तो ज़्यादा पहुँच रही हैगी आ। अर्जुन अवार्ड की गल करिए तो मनदीप सिंह। ठीक है। दीपक पुनिया इसका संबंध किहदे नाल है? दीपक पुनिया रैसलिंग नाल है जी, कुश्ती नाल। ठीक है। अनकिता राइना इन्हां दा संबंध किहदे नाल? लॉन टैनिस नाल है जी। किस दे नाल है? लॉन टैनिस दे नाल। नैक्सट आउंदे शिखर धवन। ठीक है जी। अर्जुन अवार्ड कदों शुरू होए सी पुछ लिया जाए तो 1961 दे विच शुरू होए सीगे। ठीक है। एक की है सैकेंड हाईएस्ट अवार्ड हैगा काहदे विच? गेम्स दे विच। ते पहला किहड़ा हैगा आपां हुणे करके आए मेजर ध्यानचंद खेल रत्न अवार्ड, ये फर्स्ट हैगा। दूसरे नंबर की गल करिए तो अर्जुन अवार्ड दूसरे नंबर पर आता है। ठीक है जी। अगला क्वेश्चन की कहता आपां नूं, प्रधानमंत्री जन धन योजना नूं किन्ने साल पूरे हो चुके हैं? प्रधानमंत्री जन धन योजना सर सुनी लग रही है जी। ये योजना इनू किन्ने साल पूरे हो चुके हैं? 8 साल पूरे हो चुके हैं। बिल्कुल जी, तुसी सुनी हैगी है। ठीक है। सब तो पहला नोट कर दे जी किन्ने साल हो गए ने इनू? 8 साल हो गए ने। ठीक है। शुरू कदों हुई सी? ये हुई सी जी 28 अगस्त 2014 दे विच शुरू हुई सी। ठीक है। एक है वित्ती समावेश की सब तो वड्डी योजना हैगी है जी, वित्ती समावेश।
ਦੀ ਸਭ ਤੋਂ ਵੱਡੀ ਯੋਜਨਾ। ठीक है, इस दे विच की खासियत है, ये जी जीरो बैलेंस। हाँ जी सर, हुणे याद आ गया। इस दे विच की है जीरो बैलेंस। जीरो बैलेंस ते भी जिहड़ा खाता जिहड़ा हैगा वो बैलेंस जिहड़ा हैगा आपां बैंक दे विच खुला सकदे सी। ये की सीगी जनधन योजना ते वित्ती समावेश दी सब तो वड्डी योजना है। 28 अगस्त 2014 नूं जिहड़ी हैगी लॉन्च होई सी। 8 साल इहने हाल ही दे विच जिहड़े हैगे ने पूरे कर लए ने। ਹੁਣ ਜਿਹੜੇ ਹੈਗੇ ਨੇ ਕੁਝ ਬੈਂਕਿੰਗ ਦੇ ਟੌਪਿਕ ਮੈਂ ਤੁਹਾਨੂੰ ਕਰਾਉਣ ਜਾ ਰਿਹਾ। ਬੈਂਕਿੰਗ ਦੇ ਨਹੀਂ, ਆਪਣੇ ਪੇਪਰ ਦੇ ਵਿੱਚ ਇਕਨੋਮਿਕਸ ਦੇ ਨਾਲ ਪੁੱਛੇ ਜਾਂਦੇ ਨੇ। ਠੀਕ ਹੈ, ਮੈਂ ਕਰਾਉਣ ਤੋਂ ਪਹਿਲਾਂ ਡਰ ਰਿਹਾ ਸੀ, ਬਟ ਮੈਂ ਜਦੋਂ ਪਿਛਲੇ ਪੇਪਰ ਚੱਕ ਕੇ ਵੇਖੇ PSSB ਦਾ, ਠੀਕ ਹੈ, ਹੈੱਡ ਕਾਂਸਟੇਬਲ ਦਾ, ਤੇ ਇਹ ਕੁਐਸਚਨ ਉਹਦੇ ਵਿੱਚ ਪਏ ਸੀ। ਇਸ ਕਰਕੇ ਮੈਨੂੰ ਇਹਨਾਂ ਦੇ ਪੜਾਉਣ ਤੋਂ ਜਿਹੜਾ ਹੈਗਾ ਰਿਹਾ ਨਹੀਂ ਗਿਆ। ਇਸ ਕਰਕੇ ਮੈਂ ਚੱਕ ਕੇ ਲੈ ਆਇਆ ਹੈਗਾ। ਇਸ ਚੀਜ਼ ਨੂੰ ਸਮਝੋ, ਪੇਪਰ ਦੇ ਵਿੱਚ ਇਹ ਪੁੱਛੀ ਜਾਂਦੀ ਹੈ ਬੇਟੇ। ਇਸ ਚੀਜ਼ ਤੋਂ ਭੱਜਣਾ ਨਹੀਂ ਹੈਗਾ। ਕੰਟੈਂਟ ਇਹ ਹਾਈ ਲੈਵਲ ਦਾ ਨਹੀਂ ਹੈਗਾ, ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। SLR ਕੀ ਹੈਗਾ ਇਹ ਨੋਟ ਕਰੋ ਜੀ। ਸਟੈਚੂਅਰੀ ਲਿਕੁਇਡਿਟੀ ਰੇਸ਼ੋ। ਸਟੈਚੂਅਰੀ ਲਿਕੁਇਡਿਟੀ ਜੋ ਰੇਸ਼ੋ ਹੈਗੀ ਉਸ ਨੂੰ ਕੀ ਕਹਿੰਦੇ ਨੇ? SLR ਕਹਿੰਦੇ ਨੇ। ਠੀਕ ਹੈ, ਇਹ ਹੈ ਕਿ ਹੁਣ ਜਦੋਂ ਕਿ ਬੈਂਕ ਸ਼ੁਰੂ ਹੁੰਦਾ ਹੈ ਤਾਂ ਬੈਂਕ ਨੂੰ ਕਿਹਾ ਜਾਂਦਾ ਹੈ, ਬੈਂਕ ਜਦੋਂ ਆਪਣੇ ਮੰਨ ਲਓ ਕਿ ਤੁਹਾਡੇ ਆਸ-ਪਾਸ ਬੈਂਕ ਹੋਏਗਾ, ਬੈਂਕ ਆਪਦੇ ਕੋਲੇ ਹਮੇਸ਼ਾ ਜੋ ਕੈਸ਼ ਜਮ੍ਹਾਂ ਰੱਖਦਾ ਹੈ, जब तक कैश जमा रखना पैंदा उसनूं, मान लो कोई बैंक दे विच कोई इहो जी हानि हो जाए, कुछ भी हो जाए, तो उसनूं एक कैश जमा रखना पैंदा। सो उस जो कैश जमा रखदा है उसनूं की कहंदे ने? स्टैचूअरी लिक्विडिटी रेशो की है? SLR। ठीक है, नोट करो। जो बैंक हमेशा अपने पास रखदा है, अपने कोल रखना पैंदा उसनूं। ठीक है, तो एक किन्ने परसेंट रखना पैंदा? तैनूं 18% जिहड़ा हैगा ਉਹ रखना पैंदा। इस टाइम 18% SLR ਦੀ रेट चल रही हैगी आ। रैपो रेट की हुंदी है जी? रैपो रेट, ठीक है, मैं वो भी पढ़ा सकदा सी जो तुहानूं समझ आउंदा है। ठीक है, मेरा फायदा उहदे विच मैनूं व्यूज़ मिलणगे, बट मैं आपदा फायदा ना करके तुहाडा नुकसान नहीं करना चाहुंदा। ठीक है, इस करके इस चीज़ नूं इज्जत दो पूरी। पेपर दे विच पुछे जांदे ने। रैपो रेट की हुंदी है? सेंट्रल बैंक जिहड़ा हुंदा अपना, सेंट्रल बैंक किन्नी ब्याज की दर ते, किन्नी ब्याज की दर ते दूसरे बैंकां नूं ब्याज दिंदा है, दूसरे बैंकां नूं ब्याज दिंदा है। समझ नहीं आया सर? समझ आना जी, खड़ो थोड़ा सबर करो। सेंट्रल बैंक किहड़ा अपना RBI, ਉਹ ਕੀ ਕਰਦਾ? ਜੋ ਨਿੱਕੇ ਨਿੱਕੇ ਕਮਰਸ਼ੀਅਲ ਬੈਂਕ ਨੇ, SBI ਹੈ, PNB ਹੈ, ਇਹਨਾਂ ਨੂੰ ਕੀ ਕਰਦਾ ਹੈਗਾ? ਲੋਨ ਦਿੰਦਾ ਹੈਗਾ। ਕੀ ਕਹਿੰਦਾ? ਲੋਨ ਦਿੰਦਾ ਜਦੋਂ ਲੋੜ ਹੁੰਦੀ ਹੈ। ਤਾਂ ਜਿਹੜੀ ਰੇਟ ਵਿਆਜ ਦੀ ਦਰ ਤੇ ਮੰਨ ਲਓ 10% ਹੈ, 6% ਹੈ, 7% ਹੈ, ਜਿਹੜੀ ਵਿਆਜ ਦੀ ਦਰ ਤੇ ਉਹ ਲੋਨ ਦਿੰਦਾ ਹੈ ਸੈਂਟਰਲ ਬੈਂਕ ਦੂਸਰੀ ਬੈਂਕਾਂ ਨੂੰ, ਤਾਂ ਉਸ ਰੇਟ ਨੂੰ ਕੀ ਕਹਿੰਦੇ ਨੇ? ਰੈਪੋ ਰੇਟ ਕਹਿੰਦੇ ਨੇ। ਕੀ ਕਹਿੰਦੇ ਨੇ? ਰੈਪੋ ਰੇਟ ਕਿੰਨੀ ਚੱਲ ਰਹੀ ਹੈ? 6.7% ਚੱਲ ਰਹੀ ਹੈ। ਹਾਲ ਹੀ ਦੇ ਵਿੱਚ ਕੁਐਸਚਨ ਪੁੱਛਿਆ ਹੈਗਾ, ਰੈਪੋ ਰੇਟ ਕਿੰਨੇ ਪਰਸੈਂਟ ਹੈ? ਤਾਂ ਕਿੰਨੀ ਹੈ? 6.67% ਹੈ। ਤਾਂ ਕੀ ਇਹ ਸੈਂਟਰਲ ਬੈਂਕ ਦੁਆਰਾ ਜੋ ਵਿਆਜ ਦਿੱਤਾ ਜਾਂਦਾ ਦੂਸਰੇ ਬੈਂਕਾਂ ਨੂੰ, ਉਹ ਕਿੰਨੀ ਵਿਆਜ ਦੀ ਦਰ ਤੇ ਦਿੱਤਾ ਜਾਂਦਾ ਹੈ? ਉਹ 6.7 ਦਿੱਤਾ ਜਾਂਦਾ। ਤੇ ਇਹੀ ਕੀ ਹੈਗੀ ਆ? ਰੈਪੋ ਰੇਟ ਹੈਗੀ ਆ। ਰਿਵਰਸ ਰੈਪੋ ਰੇਟ ਕੀ ਹੁੰਦੀ ਹੈ? ਉਲਟਾ ਕਰ ਦਿਓ ਜੀ। ਹੁਣ ਸੈਂਟਰਲ ਬੈਂਕ ਜੋ ਵਿਆਜ ਲੈਂਦਾ ਦੂਸਰੀਆਂ ਬੈਂਕਾਂ ਤੋਂ, ਸੈਂਟਰਲ ਬੈਂਕ ਜਿਹੜਾ ਵਿਆਜ ਲੈਂਦਾ ਹੈਗਾ, ਲੋਨ ਲੈਂਦਾ ਹੈਗਾ ਦੂਸਰੀਆਂ ਬੈਂਕਾਂ ਤੋਂ। ਠੀਕ ਹੈ, ਦੂਸਰੀ ਬੈਂਕਾਂ ਤੋਂ ਵਿਆਜ ਲੈਂਦਾ ਤੇ ਕਿੰਨੇ ਵਿਆਜ ਦੀ ਦਰ ਤੇ ਲੈਂਦਾ? ਉਹ ਲੈਂਦਾ ਹੈਗਾ ਜੀ 3.35। ਤੇ ਇਹਨੂੰ ਕੀ ਕਹਿੰਦੇ ਨੇ? ਰਿਵਰਸ ਰੈਪੋ ਰੇਟ ਕਹਿੰਦੇ ਨੇ। ਸੈਂਟਰਲ ਬੈਂਕ ਦੂਸਰੀ ਬੈਂਕਾਂ ਤੋਂ ਜੋ ਵਿਆਜ ਲੈਂਦਾ ਹੈਗਾ ਉਸ ਨੂੰ ਕੀ ਕਹਿੰਦੇ ਨੇ? ਰਿਵਰਸ ਰੈਪੋ ਰੇਟ ਕਹਿੰਦੇ ਨੇ। ਠੀਕ ਹੈ ਜੀ, ਤਾਂ ਉਹ ਕਿੰਨੀ ਹੈਗੀ ਹੈ? 3.35%। ਇੱਕ ਪਾਸੇ ਸੈਂਟਰਲ ਬੈਂਕ ਦਿੰਦਾ ਵਿਆਜ, ਇੱਕ ਪਾਸੇ ਲੈਂਦਾ ਹੈਗਾ। ਜਿੱਥੇ ਸੈਂਟਰਲ ਬੈਂਕ ਨੂੰ ਲੋੜ ਹੁੰਦੀ ਹੈ ਵਿਆਜ ਦੀ RBI ਨੂੰ, ਤਾਂ ਉਸ ਕਿਹੜੀ ਰੇਟ ਨਾਲ ਲੈਂਦਾ? ਰਿਵਰਸ ਰੈਪੋ ਰੇਟ ਨਾਲ। ਜਿੱਥੇ ਉਹ ਦਿੰਦਾ ਹੈਗਾ ਦੂਸਰੇ ਬੈਂਕਾਂ ਨੂੰ, ਉਹ ਕਿਹੜੀ ਰੇਟ ਨਾਲ ਦਿੰਦਾ? ਰੈਪੋ ਰੇਟ ਨਾਲ। ਆਸ਼ਾ ਕਰਦਾ ਤੁਹਾਨੂੰ ਸਮਝ ਆਇਆ ਹੋਗਾ। ਠੀਕ ਹੈ ਜੀ, ਅੱਗੇ ਮਹਿੰਗਾਈ ਦੀ ਦਰ ਦੀ ਗੱਲ ਕਰੀਏ। समझ आया तो कमेंट बॉक्स ਦੇ ਵਿੱਚ ਇੱਕ ਆਨਸਰ ਦੇ ਦਿਓ ਵੀ ਕਿਵੇਂ ਲੱਗਿਆ, ਸਮਝ ਆ ਚੁੱਕਿਆ। ਠੀਕ ਹੈ, ਤਾਂ ਜੋ ਮੈਨੂੰ ਵੀ ਪਤਾ ਲੱਗੇ ਮੈਂ ਥੋੜਾ ਚੇਂਜ ਕਰਾਂ ਜਾਂ ਕਿਵੇਂ ਕਰਾਂ। ਸਮਝ ਆ ਕੇ ਤਾਂ ਇਸੇ ਤਰੀਕੇ ਨਾਲ ਆਪਾਂ ਅੱਗੇ ਵਧਾਂਗੇ। ਜਿਹੜੇ ਟੌਪਿਕ ਪੇਪਰ ਦੇ ਵਿੱਚ ਆਉਂਦੇ ਨੇ ਵਾਰੀ ਇਸੇ ਦੇ ਵਿੱਚ ਆਪਾਂ ਕਵਰ ਕਰ ਲਵਾਂਗੇ। ਕਮੈਂਟ ਬਾਕਸ ਦੇ ਵਿੱਚ ਕਿਰਪਾ ਕਰਕੇ ਜ਼ਰੂਰ ਲਿਖ ਦਿਓ ਕਿ ਸਮਝ ਆਇਆ ਕਿ ਨਹੀਂ ਆਇਆ। ਠੀਕ ਹੈ ਜੀ, ਮਹਿੰਗਾਈ ਦੀ ਦਰ ਦੀ ਗੱਲ ਕਰੀਏ ਤਾਂ ਕਿਸ ਚੱਲ ਰਹੀ ਹੈ? ਇਨਫਲੇਸ਼ਨ ਰੇਟ ਚੱਲ ਰਹੀ ਹੈ 6.3%।
6-7%। ਸੈਂਟਰਲ ਬੈਂਕ ਆਫ ਇੰਡੀਆ ਕਿਹੜੇ ਹੈਗੇ ਜੀ? RBI ਰਿਜ਼ਰਵ ਬੈਂਕ ਆਫ ਇੰਡੀਆ ਨੂੰ ਸੈਂਟਰਲ ਬੈਂਕ ਕਹਿੰਦੇ ਨੇ। ਠੀਕ ਹੈ, ਸਥਾਪਨਾ ਕਦੋਂ ਹੋਈ ਸੀ? 1 ਅਪ੍ਰੈਲ 1935 ਦੇ ਵਿੱਚ ਹੋਈ ਸੀ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ? ਤੇ ਇਹਨਾਂ ਨੂੰ ਹੋ ਚੁੱਕੇ ਨੇ ਜੀ 5 ਸਾਲ ਪੂਰੇ ਹੋ ਚੁੱਕੇ ਨੇ। ਠੀਕ ਹੈ ਜੀ। ਅਗਲਾ ਕੁਐਸਚਨ ਕੀ ਕਹਿੰਦਾ ਆਪਾਂ ਨੂੰ? PM ਮੋਦੀ ਕਿਸ ਸਟੇਟ ਵਿੱਚ ਸਮ੍ਰਿਤੀ ਵਨ ਦਾ ਉਦਘਾਟਨ ਕਰਨਗੇ ਜਾਂ ਕਰ ਚੁੱਕੇ ਨੇ? ਠੀਕ ਹੈ, ਤਾਂ ਇਹ ਕਿਹੜੀ ਸਟੇਟ ਹੈ ਜੀ? ਰਾਜਸਥਾਨ, ਬਿਹਾਰ, ਉੱਤਰਾਖੰਡ, ਗੁਜਰਾਤ। ਤੁਹਾਡੇ ਆਪਸ਼ਨ ਹੈ ਜੀ, ਤੁਸੀਂ ਟਿਕ ਲਾ ਸਕਦੇ ਹੋ। ਇਹਦਾ ਆਨਸਰ ਸਹੀ ਹੋ ਜਾਊਗਾ A, ਗੁਜਰਾਤ ਦੇ ਵਿੱਚ। ਠੀਕ ਹੈ, ਤੇ ਕੀ ਹੈਗਾ ਇਹ? ਸਮ੍ਰਿਤੀ ਵਨ ਹੈਗਾ ਜੀ। ਸਭ ਤੋਂ ਪਹਿਲਾਂ ਨੋਟ ਕਰੋ ਸਮ੍ਰਿਤੀ ਵਨ। ਠੀਕ ਹੈ, ਇਹ ਹੈ ਕਿ ਇਹ ਜੋ 26 ਜਨਵਰੀ 2001 ਦੇ ਵਿੱਚ ਗੁਜਰਾਤ ਦੇ ਕੱਛ ਵਿੱਚ ਜੋ ਭੂਚਾਲ ਆਇਆ ਸੀ, ਕੀ ਆਇਆ ਸੀ? ਭੂਚਾਲ ਆਇਆ ਸੀ। ਉਸ ਦੇ ਵਿੱਚ ਜੋ ਲੋਕ ਮਰ ਗਏ ਸੀਗੇ, ਠੀਕ ਹੈ, ਜਿਨ੍ਹਾਂ ਲੋਕਾਂ ਦੀ ਮੌਤ ਹੋਈ ਸੀ ਉਹ ਕਿੰਨੇ ਸੀ? 1200 ਲੋਕਾਂ ਦੀ ਮੌਤ ਹੋਈ ਸੀ। ਓ ਮਾਈ ਗॉड, ਯੈਸ, ਮਤਲਬ ਇੰਨਾ ਦਰਦਨਾਕ ਘਟਨਾ ਸੀ ਉਸ ਸਮੇਂ, 1200 ਲੋਕਾਂ ਦੀ ਮੌਤ ਹੋਈ ਸੀ। ਠੀਕ ਹੈ, ਤਾਂ ਉਹਨਾਂ ਨੂੰ ਜਿਹੜਾ ਹੈਗਾ ਯਾਦ ਕਰਨ ਵਾਸਤੇ, ਸ਼ਰਧਾਂਜਲੀ ਦੇਣ ਵਾਸਤੇ ਕੀ ਕੀਤਾ ਹੈ? ਪ੍ਰਧਾਨ ਮੰਤਰੀ ਮੋਦੀ ਨੇ ਸਮ੍ਰਿਤੀ ਵਨ ਜਿਹੜਾ ਹੈਗਾ ਉਹ ਲਾਂਚ ਕਰ ਦਿੱਤਾ ਗਿਆ। ਕੀ ਹੋਊਗਾ ਇਹਦੇ ਵਿੱਚ? ਇੱਕ ਮਿਊਜ਼ੀਅਮ ਹੋਏਗਾ ਜੀ, ਜਿਸ ਦੇ ਵਿੱਚ ਦੱਸਿਆ ਜਾਊਗਾ ਕਿਵੇਂ ਭੂਚਾਲ ਆਇਆ, ਠੀਕ ਹੈ, ਕਿਹੜੇ ਕਿਹੜੇ ਲੋਕ ਮਰ ਚੁੱਕੇ ਨੇ ਉਸ ਦੇ ਵਿੱਚ। ਤਾਂ ਇਹ ਕੀ ਹੋਊਗਾ? ਮਿਊਜ਼ੀਅਮ ਹੋਏਗਾ। ਕਿੱਥੇ ਹੋਏਗਾ? ਗੁਜਰਾਤ ਦੇ ਵਿੱਚ। ਗੁਜਰਾਤ ਦੇ ਕਿਹੜੇ ਜ਼ਿਲ੍ਹੇ ਵਿੱਚ? ਤਾਂ ਨੋਟ ਕਰੋ ਕੱਛ ਜ਼ਿਲ੍ਹੇ ਦੇ ਵਿੱਚ ਹੋਏਗਾ। ਠੀਕ ਹੈ ਜੀ, ਸਮ੍ਰਿਤੀ ਵਨ ਇਸ ਦਾ ਨਾਮ ਰੱਖਿਆ ਗਿਆ ਗੁਜਰਾਤ ਦੇ ਵਿੱਚ। ਇੱਕ ਕਿਤੇ ਹੋਰ ਚੀਜ਼ ਲਾਂਚ ਕੀਤੀ ਗਈ ਹਾਲ ਹੀ ਦੇ ਵਿੱਚ, ਜਿਹਨੂੰ ਕਿਹਾ ਗਿਆ ਵੀਰ ਬਾਲਕ ਸਮਾਰਕ। ਇਹ ਕੀ ਆ? ਇੱਕ ਮੈਮੋਰੀਅਲ ਹੈ। ਇਸ ਦੇ ਵਿੱਚ ਕੀ ਹੋਏਗਾ? ਇਹ ਵੀ ਟ੍ਰਿਬਿਊਟ ਕਰਦਾ ਹੈ ਜੀ ਜਿਹੜਾ 1 ਜਨਵਰੀ ਜਦੋਂ ਭੂਚਾਲ ਆਇਆ ਸੀ, ਆਪਾਂ ਹੁਣੇ ਬੱਚੇ ਗੱਲ ਕੀਤੀ ਆ ਭੂਚਾਲ। ਠੀਕ ਹੈ, ਇਸ ਦੇ ਵਿੱਚ ਕੀ ਹੋਇਆ ਸੀਗਾ? 185 ਸਕੂਲ ਬੱਚੇ ਪਲੱਸ 20 ਟੀਚਰਸ ਦੀ ਮੌਤ ਹੋ ਗਈ ਸੀਗੀ। 185 ਜਿਹੜੇ ਹੈਗੇ ਸਕੂਲ ਬੱਚੇ ਸੀਗੇ, ਠੀਕ ਹੈ, ਸਕੂਲ ਦੇ ਬੱਚੇ ਸੀ, ਤੇ 20 ਟੀਚਰਾਂ ਦੀ ਮੌਤ ਹੋ ਗਈ ਸੀਗੀ। ਤੇ ਇਹਨਾਂ ਨੂੰ ਇੱਕ ਵੱਖਰਾ ਟ੍ਰਿਬਿਊਟ ਦੇਣ ਵਾਸਤੇ ਕੀ ਕੀਤਾ ਗਿਆ? ਵੀਰ ਬਾਲਕ ਸਮਾਰਕ ਦੀ ਜਿਹੜੀ ਹੈਗੀ ਆ ਉਹ ਵੀਰ ਬਾਲਕ ਸਮਾਰਕ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ। ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ ਹੀ ਬਣਾਇਆ ਗਿਆ। ਠੀਕ ਹੈ, ਅੱਗੇ ਗੱਲ ਕਰੀਏ ਗੁਜਰਾਤ ਦੀ। ਗੁਜਰਾਤ ਦੇ ਵਿੱਚ ਕੀ ਕੀ ਆਪਾਂ ਨੂੰ ਯਾਦ ਰੱਖਣ ਯੋਗ ਹੈਗਾ? ਸਭ ਤੋਂ ਪਹਿਲਾਂ ਕੀ ਯਾਦ ਰੱਖਣਾ ਹੈ? ਗੁਜਰਾਤ ਦੀ ਜੋ ਸੀਮਾ ਹੈ ਉਹ ਸਭ ਤੋਂ ਵੱਡੀ ਹੈ ਜੀ। ਸਭ ਤੋਂ ਵੱਡੀ ਨਹੀਂ ਸਰ, ਸਭ ਤੋਂ ਵੱਡੀ ਤਾਂ ਨਹੀਂ ਹੈਗੀ। ਕੀ ਪੂਰਾ ਸੁਣ ਤਾਂ ਲਵੋ, ਪਹਿਲਾਂ ਹੀ ਦਰਜ ਕਰਨ ਲੱਗ ਪੈਂਦੇ ਹੋ। ਸਭ ਤੋਂ ਵੱਡੀ ਜਿਹੜੀ ਬਾਉਂਡਰੀ ਹੈਗੀ ਆ, ਜੋ ਕਿਹਦੇ ਨਾਲ ਲੱਗਦੀ ਹੈ? ਸਮੁੰਦਰ ਦੇ ਨਾਲ ਲੱਗਦੀ ਹੈ। ਸਮੁੰਦਰ ਦੇ ਨਾਲ ਲੱਗਦੀ ਹੈ। ਕੀ ਸਰ ਸੰਸਾਰ ਦੇ ਵਿੱਚ ਹੈ? ਨਹੀਂ ਜੀ, ਇਹ ਹੈਗੀ ਆ ਭਾਰਤ ਦੇ ਵਿੱਚ ਹੀ ਸਭ ਤੋਂ ਵੱਡੀ ਹੈਗੀ ਹੈ ਇਸ ਦੀ ਬਾਉਂਡਰੀ। ਠੀਕ ਹੈ, ਸਟੇਟ ਵਾਈਜ਼ ਗੱਲ ਕਰੀਏ। ਹੋਰ ਤੁਸੀਂ ਇਹਦੇ ਵਿੱਚ ਕੀ ਯਾਦ ਰੱਖੋਗੇ? ਇੱਕ ਤੁਸੀਂ ਯਾਦ ਰੱਖੋਗੇ ਗੀਰ ਨੈਸ਼ਨਲ ਪਾਰਕ। ਗੀਰ ਨੈਸ਼ਨਲ ਪਾਰਕ ਕਿਸ ਵਾਸਤੇ ਫੇਮਸ ਹੈਗਾ? ਇਹ ਏਸ਼ੀਆਟਿਕ, ਜੋ ਏਸ਼ੀਆ ਦੇ ਜਿਹੜੇ ਲਾਇਨ ਨੇ, ਏਸ਼ੀਆਟਿਕ ਲਾਇਨ ਵਾਸਤੇ ਫੇਮਸ ਹੈ। ਨੈਕਸਟ ਹੈ ਜੀ ਬਲੈਕ ਬਕ। ਬਲੈਕ ਬਕ ਨੈਸ਼ਨਲ ਪਾਰਕ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਹੋਰ ਕੀ ਪੁੱਛ ਲਿਆ ਜਾਂਦਾ? ਸੋਮਨਾਥ ਟੈਂਪਲ ਕਿੱਥੇ ਹੈ? ਸੋਮਨਾਥ ਟੈਂਪਲ ਕਿੱਥੇ ਹੈ? ਤੇ ਇਹ ਵੀ ਕਿੱਥੇ ਹੈਗਾ? ਗੁਜਰਾਤ ਦੇ ਵਿੱਚ ਹੈ ਜੀ। ਹੋਰ ਤੁਸੀਂ ਕੀ ਯਾਦ ਰੱਖਣਾ ਹੈ? ਗੁਹਾਰ ਮੋਤੀ। ਗੁਹਾਰ ਮੋਤੀ ਕੀ ਹੈ ਸਰ? ਇਹ ਹੈਗਾ ਜੀ ਵੈਸਟਰਨ ਮੋਸਟ ਪੁਆਇੰਟ ਆਫ ਇੰਡੀਆ। ਯੈਸ, ਕੀ ਹੈ ਸਰ? ਇਹ ਵੈਸਟਰਨ ਮੋਸਟ ਪੁਆਇੰਟ ਹੈ ਜੀ ਬੱਚਿਓ। ਵੈਸਟਰਨ ਮੋਸਟ ਮਤਲਬ ਜਿਹੜਾ ਆਪਣੇ ਇੰਡੀਆ ਹੈਗਾ ਉਸ ਦਾ ਸਭ ਤੋਂ ਪੱਛਮਤਮ, ਠੀਕ ਹੈ, ਜੋ ਪੱਛਮ ਦੇ ਵਿੱਚ ਸਭ ਤੋਂ ਐਂਡ ਪੁਆਇੰਟ ਹੈ, ਉਸ ਨੂੰ ਕਹਿੰਦੇ ਗੁਹਾਰ ਮੋਤੀ ਕਹਿੰਦੇ ਨੇ। ਤੇ ਇਹ ਕਿੱਥੇ ਹੈਗਾ? ਇਹ ਹੈਗਾ ਜੀ ਗੁਜਰਾਤ ਦੇ ਵਿੱਚ। ਠੀਕ ਹੈ ਜੀ, ਇਹਦੇ ਵਿੱਚ ਰਿਵਰ ਕਿਹੜੀ ਕਿਹੜੀ ਧਿਆਨ ਰੱਖਣੀ? ਤੁਸੀਂ ਧਿਆਨ ਰੱਖੋਗੇ ਸਾਬਰਮਤੀ ਰਿਵਰ। ਹੋਰ ਤੁਸੀਂ ਕੀ ਰੱਖੋਗੇ? ਨਰਮਦਾ ਰਿਵਰ। 2 ਰਿਵਰ ਜਿਹੜੇ ਹੈ ਗੁਜਰਾਤ ਦੇ ਵਿੱਚ ਫੇਮਸ ਨੇ, ਇਹਨੂੰ ਤੁਸੀਂ ਹੈਗਾ ਯਾਦ ਕਰਨਾ ਹੈਗਾ। ਠੀਕ ਹੈ, ਗੁਜਰਾਤ ਦੀ ਗੱਲ ਕਰੀਏ ਤਾਂ ਕੈਪੀਟਲ ਹੈਗੀ ਗਾਂਧੀਨਗਰ। CM ਹੈਗੇ ਨੇ ਭੁਪਿੰਦਰ ਪਟੇਲ। ਗਵਰਨਰ ਹੈਗੇ ਨੇ ਆਚਾਰਿਆ ਦੇਵਰਤ। ਠੀਕ ਹੈ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਇਹਨਾਂ ਨਾਲ ਜਿਹੜੇ ਹੈਗੇ ਨੇ ਬਾਰਡਰ ਸ਼ੇਅਰ ਕਰਦਾ ਹੈਗਾ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ ਜੀ? ਸਵੱਛ ਸਾਗਰ ਸੁਰੱਖਿਅਤ ਸਾਗਰ ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ? ਸਵਸਥ ਸਾਗਰ ਸੁਰੱਖਿਅਤ ਸਾਗਰ। ਠੀਕ ਹੈ, ਨਾਮ ਤੋਂ ਵੈਸੇ ਲੱਗ ਰਿਹਾ ਹੈਗਾ ਇਹ ਹੈਗਾ C ਆਪਸ਼ਨ, ਪੁਡੂਚੇਰੀ ਦੇ ਵਿੱਚ ਸ਼ੁਰੂ ਕੀਤਾ ਗਿਆ। ਤਾਂ ਹੈ ਕੀ ਇਹ? ਸਵਸਥ ਸਾਗਰ ਸੁਰੱਖਿਅਤ ਸਾਗਰ।
ठीक है। सागर मतलब समुंदर, उसनों की करना, स्वच्छ करना है, सुरक्षित करना है। सब तो पहले लॉन्च किस दे द्वारा किया गया है, ये नोट करो, ये किया गया जी मिनिस्ट्री ऑफ इन्वायरमेंट, मिनिस्ट्री ऑफ इन्वायरमेंट। तो इन्वायरमेंट के मिनिस्टर कौन ने, ये है ने श्री भूपेंद्र यादव, नोट करो श्री भूपेंद्र यादव, ठीक है। मैं बोल रहा ना समझ आए तो लिख लियो, ठीक है। राइटिंग मेरी वैक शुरू तो सोहनी है, ठीक है। मिनिस्ट्री ऑफ इन्वायरमेंट श्री भूपेंद्र यादव है ने, ठीक है। कितने शुरू होया, तो पुडुचेरी के शुरू होया। किन्ने दिन वास्ते है, ये है जी 75 दिन वास्ते शुरू किया गया सिर्फ, ठीक है। इहदे होएगा सी सब तो पहला तो दसो सर, इस दे विच जो तट एरिया ने, तट एरिया मतलब जिहड़े कोस्टल एरिया ने जिन्होंने बीच कहने आपां, उन्हां दी की कीती जाऊगी, सफाई की जाऊगी। किन्ने दिनां विच, 75 दिनां दे विच। समाप्त कदों होगा, ये होगा जी 17 सितंबर नूं। 17 सितंबर नूं क्यों समाप्त होगा, क्योंकि 17 सितंबर नूं इंटरनैशनल कोस्टल क्लीनिंग डे जिहड़ा हैगा वो मनाया जाता है। इंटरनैशनल कोस्टल क्लीनिंग डे 17 सितंबर नूं मनाया जाता। तो इस दे विच तट जिहड़े हैगे ने, ठीक है, कोस्टल एरिया ने उन्हें सफाई की जाऊगी। पुडुचेरी दे विच शुरू होया, 75 दिनों का प्रोग्राम है, मिनिस्ट्री ऑफ इन्वायरमेंट द्वारा शुरू किया गया। नाम की रखा गया, स्वच्छ सागर, सुरक्षित सागर। इंडिया के पश्चिमी तट जिहड़ा एरिया हैगा उसनूं की कहा जाता है, इंडिया के विचों पश्चिमी तट हैगा, ठीक है। पश्चिम दे विच केरला आ गया, करनाटक आ गया, इसनूं कहा जाता मालाबार तट कहा जाता जी, मालाबार तट, ठीक है जी। उत्तर वाला उन्होंने की कहता, उन्होंने कहता कोरोमंडल, कोरोमंडल का तट कहा जाता उत्तर वाल नूं। सदर्न मोस्ट पॉइंट ऑफ इंडिया, ठीक है, सदर्न मोस्ट पॉइंट साउथ के सब तो लास्ट पॉइंट है किहड़ा हैगा जी, इंदिरा गांधी पॉइंट। इंदिरा पॉइंट जिहड़ा हैगा वो, इंदिरा पॉइंट लिखो जी इत्थे, इंदिरा पॉइंट जिहड़ा हैगा सब तो लास्ट हैगा। कित्थे हैगा, ये निकोबार आइलैंड ते है जी, निकोबार आइलैंड ते हैगा लास्ट दे विच, ठीक है जी। तो जिहड़ा मैं हुणे दस के आया वो भी नोट कर लो। 17 सितंबर नूं किहड़ा डे मनाया जाता हैगा, ये इंटरनैशनल कोस्टल क्लीनिंग डे, ठीक है। स्पैलिंग में थोड़ा मिस्टेक हो सकता है, उससे तुसीं गौर नहीं करना, मैं बोल रहा हैगा, तुसीं नोट कर लेना है। इंटरनैशनल कोस्टल क्लीनिंग डे जिहड़ा हैगा 17 सितंबर नूं मनाया जाता हैगा। नैक्सट क्वेश्चन की है जी, नीति आयोग ने किस जिले नूं बेस्ट आसपीरेशनल डिस्ट्रिक्ट जिहड़ा हैगा घोषित किया हैगा। नीति आयोग ने किस जिले नूं बेस्ट आसपरेशनल डिस्ट्रिक्ट घोषण किया हैगा, ये किया हैगा जी, ये तुहाडे ऑप्शन ने, तुसीं ट्राई कर सकते हो किहड़ा हैगा। तो इसका सही ऑप्शन हो जाऊगा जी बी जबलपुर, नहीं जी इसका आंसर होगा जी ए हरिद्वार, ठीक है जी। तो हरिद्वार जिहड़ा हैगा घोषित किया गया, सब तो पहले नोट करते हैं जी। हरिद्वार कित्थे है जी, उत्तराखंड दे विच हैगा। किहड़ी नदी के किनारे पुछ लिया जाए तो यह हैगा जी गंगा नदी दे, गंगा रिवर के किनारे हैगा। किस दे द्वारा कहा गया इसनूं, तो ये नीति आयोग के द्वारा, नीति आयोग द्वारा हैगा वो घोषित किया गया। बस आपां तां नीति आयोग नूं उਡੀक रहे सी, आवे कदों दा पोस्टमार्टम होवे ते कदों अपने पेपर दे विच सहायक होवे, आ गल्लां चलदियां रहणगीਆਂ। हरिद्वार नूं लॉन्च किया नीति आयोग ने, किस नूं बेस्ट आसपीरेशनल डिस्ट्रिक्ट का जिहड़ी घोषणा की है वो हरिद्वार नूं कहा गया। नीति आयोग ते आउंदे जी हुण। फुल फॉर्म पेपर दे विच बहुत वारी पूछी गई है, नोट कर लो, नैशनल इंस्टीट्यूशन, इत्थे तो याद भी हो जाती है, पर जब पेपर दे विच ऑप्शन वेखदे आ कन्फ्यूज हो जाते हैं भी इंस्टीट्यूट सीगा कि इंस्टीट्यूशन सीगा, ट्रांसफॉर्मिंग सीगा कि ट्रांसफॉर्मेशन हैगा, ट्रांसफॉर्मिंग इंडिया, ठीक है। तो नीति आयोग की फुल फॉर्म की हैगी, नैशनल इंस्टीट्यूशन फॉर ट्रांसफॉर्मिंग इंडिया। स्थापना कदों हुई सी, तो लिखो 1 जनवरी 2015 नूं जिहड़ी हैगी उसकी स्थापना हुई सी, ठीक है। इसनूं क्या की जाता, इनू थिंक टैंक के नाल भी जाना जाता, थिंक टैंक सोचण का जो टैंक हैगा उस दे नाल भी जाना जाता हैगा, ठीक है। हैडकुआटर्स कित्थे ने, न्यू दिल्ली दे विच, ठीक है। इस चेयरपर्सन कौन ने, तो ये हैगे ने जी मोदी जी, चेयरपर्सन खुद जिहड़े PM होंदे ने मोदी जी हैगे ने। CEO कौन ने, CEO हैगे ने प्रामेश्वरन, नोट करो प्रामेश्वरन अय्यर, CEO कौन ने, प्रामेश्वरन।
ਨੀਤੀ ਆਯੋਗ ਦੀ ਫੁੱਲ ਫਾਰਮ ਕੀ ਹੈਗੀ ਆ? ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। 1 ਜਨਵਰੀ 2000 ਜਿਹੜਾ ਹੈਗਾ 19 ਨੂੰ ਜਿਹੜਾ ਹੈਗਾ, ਸੌਰੀ 19 ਨੂੰ ਲਿਖ ਦਿੱਤਾ ਮੈਂ, ਇੱਥੇ 15 ਨੂੰ ਲਿਖੋ ਜੀ, ਠੀਕ ਹੈ। 2015 ਨੂੰ ਜਿਹੜਾ ਹੈਗਾ ਇਸ ਨੂੰ ਲਾਂਚ ਕੀਤਾ ਗਿਆ ਸੀਗਾ। ਇਹ ਕਿਹਨਾਂ ਦੀ ਥਾਂ ਤੇ ਆਇਆ ਸੀ, ਇਹ ਵੀ ਨੋਟ ਕਰ ਲਓ, ਇਹ ਪਲਾਨਿੰਗ ਕਮਿਸ਼ਨ ਦੀ ਥਾਂ ਤੇ ਆਇਆ ਸੀ ਜੀ, ਠੀਕ ਹੈ। ਪਲਾਨਿੰਗ ਕਮਿਸ਼ਨ ਜਿਹੜਾ ਹੈਗਾ ਪਹਿਲਾਂ 5 ਸਾਲ ਯੋਜਨਾਵਾਂ ਬਣਾਉਂਦਾ ਸੀਗਾ, ਠੀਕ ਹੈ। ਪਹਿਲੀ 5 ਸਾਲ ਯੋਜਨਾ, ਦੂਸਰੀ 5 ਸਾਲ ਯੋਜਨਾ, ਤਾਂ ਉਸ ਨੂੰ ਖਤਮ ਕਰਕੇ ਕੀ ਕੀਤਾ ਗਿਆ, ਨੀਤੀ ਆਯੋਗ ਦੀ ਘੋਸ਼ਣਾ ਕਰ ਦਿੱਤੀ ਗਈ 2015 ਦੇ ਵਿੱਚ। ਇਹ ਕੀ ਕਰਦਾ, 1 ਸਾਲ ਦੀ ਯੋਜਨਾ ਬਣਾਉਂਦਾ, ਠੀਕ ਹੈ। 5 ਸਾਲ ਦੇ ਵਿੱਚ ਪੂਰੀ ਹੁੰਦੀ ਹੈ ਨਹੀਂ ਹੁੰਦੀ, ਇਸ ਕਰਕੇ 1 ਸਾਲ ਵਾਸਤੇ ਕਿਹਨੂੰ ਕਰਤਾ, ਨੀਤੀ ਆਯੋਗ ਨੂੰ ਲਾਗੂ ਕਰਤਾ। CEO ਕੌਣ ਨੇ, ਪਰਾਮੇਸ਼ਵਰਨ ਅਈਅਰ, ਤੇ ਇਸ ਦੇ ਜਿਹੜੇ ਹੈਗੇ ਨੇ ਚੇਅਰਪਰਸਨ ਪੁੱਛ ਲਿਆ ਜਾਵੇ ਤਾਂ PM ਮੋਦੀ, ਪ੍ਰਾਈਮ ਮਿਨਿਸਟਰ ਖੁਦ ਹੁੰਦੇ ਨੇ। ਰਿਪੋਰਟਸ ਕਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਨੀਤੀ ਆਯੋਗ ਦੇ ਦੁਆਰਾ? ਪਹਿਲੀ ਜਿਹੜੀ ਨੋਟ ਕਰੋ, ਇੰਡੀਅਨ ਇਨੋਵੇਸ਼ਨ ਇੰਡੈਕਸ, ਇੰਡੀਆ ਇਨੋਵੇਸ਼ਨ ਇੰਡੈਕਸ ਜਿਹੜਾ ਹੈਗਾ ਲਾਂਚ ਕੀਤਾ ਜਾਂਦਾ, ਤੇ ਇਸ ਦੇ ਵਿੱਚ ਹਾਲ ਹੀ ਵਿੱਚ ਫਸਟ ਰੈਂਕ ਕਿਸ ਦਾ ਆਇਆ? ਇਹ ਹੈ ਜੀ ਚੰਡੀਗੜ੍ਹ ਦਾ, ਠੀਕ ਹੈ। ਦੂਸਰੀ ਰਿਪੋਰਟ ਕਿਹੜੀ ਕੀਤੀ ਜਾਂਦੀ ਹੈ? ਈਜ਼ ਆਫ ਡੂਇੰਗ ਬਿਜ਼ਨਸ, ਠੀਕ ਹੈ। ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪਹਿਲਾ ਸਥਾਨ ਕਿਹਦਾ ਆਇਆ? ਤੇ ਇਹ ਹੈ ਜੀ ਆਂਧਰਾ ਪ੍ਰਦੇਸ਼ ਦਾ। ਆਂਧਰਾ ਪ੍ਰਦੇਸ਼ ਦਾ ਜਿਹੜਾ ਹੈਗਾ ਸਥਾਨ ਹੈ ਪਹਿਲੇ ਨੰਬਰ ਤੇ ਆਇਆ ਹੈਗਾ। ਰੈਂਕ ਆਫ ਇੰਡੀਆ ਇਨ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਹੈਗਾ? ਇਹ ਹੈਗਾ ਜੀ 63 ਰੈਂਕ ਹੈਗਾ। ਤੇ ਇਹ ਜਿਹੜੀ ਰਿਪੋਰਟ ਕਿਸ ਦੇ ਦੁਆਰਾ ਲਾਂਚ ਕੀਤੀ ਜਾਂਦੀ? ਇਹ ਕੀਤੀ ਜਾਂਦੀ ਵਰਲਡ ਬੈਂਕ ਦੇ ਦੁਆਰਾ। ਵਰਲਡ ਬੈਂਕ ਦੇ ਦੁਆਰਾ ਹੈਗੀ ਇਹ ਲਾਂਚ ਕੀਤੀ ਜਾਂਦੀ ਹੈ। ਹਰ ਘਰ ਜਲ ਫਸਟ ਡਿਸਟ੍ਰਿਕਟ, ਹਰ ਘਰ ਜਲ ਅਪਣਾਉਣ ਵਾਲਾ ਪਹਿਲਾ ਜਿਹੜਾ ਡਿਸਟ੍ਰਿਕਟ ਕਿਹੜਾ ਬਣਿਆ ਹੈਗਾ, ਨੋਟ ਕਰੋ, ਜਬਲਪੁਰ। ਜਬਲਪੁਰ ਜਿਹੜਾ ਹੈਗਾ ਪਹਿਲਾ ਡਿਸਟ੍ਰਿਕਟ ਬਣਿਆ ਹੈਗਾ। ਫਸਟ ਈ ਡਿਸਟ੍ਰਿਕਟ ਆਫ ਇੰਡੀਆ, ਫਸਟ ਈ ਡਿਸਟ੍ਰਿਕਟ ਆਫ ਇੰਡੀਆ ਕਿਹੜਾ ਹੈਗਾ ਜੀ? ਮੱਲਾਪੁਰ। ਪੇਪਰ ਦੇ ਵਿੱਚ ਪੁੱਛਿਆ ਗਿਆ ਮੱਲਾਪੁਰਮ, ਠੀਕ ਹੈ। ਕਿੱਥੇ ਹੈਗਾ ਇਹ? ਕੇਰਲਾ ਦੇ ਵਿੱਚ ਹੈ ਜੀ। ਡਿਜੀਟਲ ਸਟੇਟ ਆਫ ਇੰਡੀਆ, ਕਿਆ ਕੁਐਸਚਨ ਹੈ ਜੀ? ਧਿਆਨ ਨਾਲ ਪੜ੍ਹੋ, ਸ਼ੇਰ ਵਾਲਾ ਕੁਐਸਚਨ ਹੈ ਇਹ। ਡਿਜੀਟਲ ਸਟੇਟ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ, ਇਹ ਕਹਿੰਦਾ ਕਰਨਾਟਕ ਨੂੰ। ਕਰਨਾਟਕ ਨੂੰ ਕਿਹਾ ਜਾਂਦਾ ਹੈ? ਬਿਲਕੁਲ ਨਹੀਂ ਜੀ, ਇਸ ਦਾ ਆਂਸਰ ਹੋ ਜਾਊਗਾ ਜੀ ਕੇਰਲਾ। ਮੈਂ ਕਰਨਾਟਕ ਬੋਲਿਆ ਹੋਊਗਾ ਤਾਂ ਕਈਆਂ ਨੇ ਲਿਖ ਵੀ ਲਿਆ ਹੋਊਗਾ, ਠੀਕ ਹੈ। ਤਾਂ ਕਿਹਨੂੰ ਕਿਹਾ ਜਾਂਦਾ? ਕੇਰਲਾ ਨੂੰ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਨੈਕਸਟ ਕੁਐਸਚਨ ਬੁਲਵਾਦੇ ਹਾਂ ਜੀ, ਰਾਸ਼ਟਰੀ ਖੇਡ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈਗਾ? ਇਸ ਕੁਐਸਚਨ ਤੋਂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਵਾਰੀ ਲਾਈਕ ਜ਼ਰੂਰ ਕਰ ਦੇਵੋ, ਠੀਕ ਹੈ। ਦੂਸਰੇ ਬੱਚਿਆਂ ਤੱਕ ਸ਼ੇਅਰ ਵੀ ਕਰ ਦੇਵੋ ਤਾਂ ਜੋ ਇਹ ਸ਼ੇਅਰ ਹੈ ਅੱਗੇ ਵੱਧਦੀ ਜਾ ਚੁੱਕੇ, ਬੱਚਿਆਂ ਦਾ ਜਿਹੜਾ ਭਲਾ ਹੈਗਾ ਹੋ ਸਕੇ, ਠੀਕ ਹੈ ਜੀ। ਚਲੋ ਅੱਗੇ ਵਧਦੇ ਹਾਂ। ਨੈਸ਼ਨਲ ਸਪੋਰਟਸ ਜਿਹੜਾ ਹੈਗਾ ਕਦੋਂ ਮਨਾਇਆ ਜਾਂਦਾ ਹੈਗਾ? ਤੁਹਾਡੇ ਆਪਸ਼ਨ ਨੇ, ਤੁਸੀਂ ਟਰਾਈ ਕਰ ਸਕਦੇ ਹੋ ਵੀਡੀਓ ਨੂੰ ਪੌਜ਼ ਕਰਕੇ। ਤਾਂ ਇਸ ਦਾ ਸਹੀ ਆਂਸਰ ਹੋ ਜਾਊਗਾ ਜੀ A, 29 ਅਗਸਤ ਨੂੰ ਨੈਸ਼ਨਲ ਸਪੋਰਟਸ ਡੇ ਮਨਾਇਆ ਜਾਂਦਾ ਹੈਗਾ। ਕਿੰਨਾਂ ਦੇ ਨਾਂ 'ਤੇ ਮਨਾਇਆ ਜਾਂਦਾ? ਤਾਂ ਨੋਟ ਕਰੋ, ਮੇਜਰ ਧਿਆਨ ਚੰਦ ਜੀ, ਠੀਕ ਹੈ। ਮੇਜਰ ਧਿਆਨ ਚੰਦ ਜੀ ਨਾਲ ਹੈਗਾ ਸੰਬੰਧਿਤ ਹੈਗਾ। ਤੇ ਇਸੇ ਦਿਨ ਹੀ ਕਿਉਂ ਮਨਾਇਆ ਜਾਂਦਾ? ਕਿਉਂਕਿ ਇਸ ਦਿਨ 29 ਅਗਸਤ ਨੂੰ ਇਹਨਾਂ ਦਾ ਕੀ ਸੀਗਾ? ਬਰਥਡੇ ਸੀਗਾ ਜੀ, ਬਰਥਡੇ ਸੀਗਾ ਜੀ। ਕੀ ਸੀਗਾ? ਬਰਥਡੇ ਸੀਗਾ। ਬਰਥ ਐਨੀਵਰਸਰੀ ਜਿਹੜੀ ਹੁੰਦੀ ਹੈ ਮੇਜਰ ਧਿਆਨ ਚੰਦ ਜੀ ਦੀ 29 ਅਗਸਤ ਨੂੰ ਹੁੰਦੀ ਹੈ, ਇਸੇ ਕਰਕੇ ਨੈਸ਼ਨਲ ਸਪੋਰਟਸ ਡੇ 29 ਅਗਸਤ ਨੂੰ ਮਨਾਇਆ ਜਾਂਦਾ ਹੈਗਾ। ਮੇਜਰ ਧਿਆਨ ਚੰਦ ਜੀ ਬਾਰੇ ਗੱਲ ਕਰੀਏ ਤਾਂ ਕੀ ਆਉਂਦਾ? ਜਨਮ ਕਦੋਂ ਹੋਇਆ ਸੀ? 29 ਅਗਸਤ 1905 ਦੇ ਵਿੱਚ ਹੋਇਆ ਸੀਗਾ। ਕਿੱਥੇ ਹੋਇਆ ਸੀ? ਪ੍ਰਯਾਗਰਾਜ ਦੇ ਵਿੱਚ। ਪ੍ਰਯਾਗਰਾਜ ਦੇ ਵਿੱਚ ਜਨਮ ਹੋਇਆ ਸੀਗਾ, ਠੀਕ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ? ਹਾਕੀ ਦੇ ਜਾਦੂਗਰ। ਕੀ ਕਿਹਾ ਜਾਂਦਾ? ਹਾਕੀ ਦੇ ਜਾਦੂਗਰ ਕਿਹਾ ਜਾਂਦਾ। ਗੋਲ ਕੀ ਹੈ? ਗੋਲ ਹੁੰਦਾ ਸਰ, ਜੋ ਗੋਲ ਕਰਦੇ ਹਾਂ ਆਪਾਂ। ਇਹਨਾਂ ਨੇ ਕਿੰਨੇ ਗੋਲ ਕੀਤੇ ਉਹ ਦੱਸਣ ਲੱਗੇ ਹੋ? ਮੈਂ ਕਹਿ ਰਿਹਾ ਨਹੀਂ ਬੇਟੇ, ਗੋਲ ਬੁੱਕ ਦਾ ਨਾਮ ਹੈ। ਕਿਹੜੀ ਬੁੱਕ ਦਾ? ਆਟੋਬਾਇਓਗ੍ਰਾਫੀ। ਕਿਸ ਦੀ ਆਟੋਬਾਇਓਗ੍ਰਾਫੀ ਹੈ ਇਹ? ਮੇਜਰ ਧਿਆਨ ਚੰਦ ਜੀ ਦੀ ਆਟੋਬਾਇਓਗ੍ਰਾਫੀ ਦਾ ਨਾਮ ਕੀ ਹੈ? ਗੋਲ, ਠੀਕ ਹੈ। 1928, 1932 ਤੇ 1936 ਦੇ ਵਿੱਚ ਜਿਹੜੇ ਓਲੰਪਿਕ ਹੋਏ ਸੀਗੇ ਉਸ ਦੇ ਵਿੱਚ ਕਿਹੜਾ ਮੈਡਲ ਜਿੱਤਿਆ ਸੀਗਾ ਇੰਡੀਆ ਨੇ? ਹਾਕੀ ਦੇ ਵਿੱਚ 골ਡ ਮੈਡਲ ਜਿੱਤਿਆ ਸੀ। ਕਿਉਂ ਜਿੱਤਿਆ ਸੀ? ਕਿਉਂਕਿ ਉਸ ਦੇ ਵਿੱਚ ਕੌਣ ਖੇਡ ਰਹੇ ਸੀ? ਮੇਜਰ ਧਿਆਨ ਚੰਦ ਜੀ ਖੇਡ ਰਹੇ ਸੀਗੇ, ਠੀਕ ਹੈ। ਹਾਕੀ ਦੇ ਜਾਦੂਗਰ ਖੇਡ ਰਹੇ ਸੀਗੇ, ਤੇ ਜਾਦੂਗਰ ਖੇਡ ਰਿਹਾ ਹੋਵੇ ਤਾਂ ਫਿਰ 골ਡ ਮੈਡਲ ਜਿੱਤਣ ਤੋਂ ਕੌਣ ਰੋਕ ਸਕਦਾ? ਉਸ ਨੂੰ ਤਾਂ ਹਿਟਲਰ ਵੀ ਨਹੀਂ ਰੋਕ ਪਾਏ, ਠੀਕ ਹੈ। ਹਿਟਲਰ ਵੀ ਜਿਹੜਾ ਹੈਗਾ ਰੋਕ ਨਹੀਂ ਪਾਇਆ ਮੇਜਰ ਧਿਆਨ ਚੰਦ ਜੀ ਨੂੰ। ਨੈਸ਼ਨਲ ਸਪੋਰਟਸ ਅਵਾਰਡਸ, ਇਸ ਦਾ ਮਤਲਬ ਕੀ ਹੈ ਕਿ ਨੈਸ਼ਨਲ ਸਪੋਰਟਸ ਦਾ ਡੇ ਕਦੋਂ ਹੁੰਦਾ ਹੈ? 29 ਅਗਸਤ ਨੂੰ। ਆਪਾਂ ਹੁਣੇ ਪੜ੍ਹ ਲਿਆ। ਤੇ ਇਸ ਦੇ ਦਿਨ ਕਿਹੜੇ ਕਿਹੜੇ ਅਵਾਰਡ ਦਿੱਤੇ ਜਾਂਦੇ ਨੇ, ਠੀਕ ਹੈ। ਕਿਹੜੇ ਕਿਹੜੇ ਅਵਾਰਡ ਦਿੱਤੇ ਜਾਂਦੇ ਨੇ? ਇੱਕ ਤਾਂ ਦਿੱਤਾ ਜਾਂਦਾ ਮੇਜਰ ਧਿਆਨ ਚੰਦ,
ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ। ठीक है, होर किहड़ा दिता जांदा है? अर्जुन अवार्ड। ये जिहड़े हैगे ने इस दिन किए जाते हैं। जदों भी मिलेंगे, जब मिल गए होणगे अपनी वीडियो बंद तक आपां जिहड़े कि डिस्कस कर लवांगे इस वीडियो दे विच ही। ठीक है, इस करंट अफेयर सीरीज़ दे विच ही इसनूं डिस्कस कर लिया जाऊगा। नैक्सट गल करिए मेजर ध्यानचंद स्टेडियम की गल करिए तो मेजर ध्यानचंद स्टेडियम कित्थे है जी? दिल्ली दे विच है। हॉकी दा स्टेडियम है जी। ये काहदा स्टेडियम है? हॉकी दा स्टेडियम है। ठीक है, इनू पहला किहदे नाम नाल जाणिया जांदा सी? इसनूं पहलां जाणिया जांदा सी नैशनल स्टेडियम दे नाम नाल। नैशनल स्टेडियम के नाम नाल पहलां जाणिया जांदा सी। तुसीं पुछोगे सर मेजर ध्यानचंद स्टेडियम की ये हुणे बनिया? नहीं बेटे, हुणे नहीं बनिया। ठीक है, ये 1933 का बनिया हैगा, अंग्रेज़ों तो पहलां दा बनिया हैगा। ते इस दे विच पहलियां एशियन गेम्स भी हो चुकियां। फर्स्ट एशियन गेम्स कित्थे होईयां सी? तां ये होईयां सी नैशनल स्टेडियम दे विच होईयां सी। ते नैशनल स्टेडियम का जिहड़ा नाम बदल के हुण की रख दिता गया? मेजर ध्यानचंद स्टेडियम जिहड़ा हैगा इसका नाम बदल के रख दिता गया है प्यारे बच्चों। ठीक है जी, सो दैट्स ऑल फॉर द डे। थैंक्स वेरी मच, थैंक यू। ठीक है, आशा करदा कि तुहानूं ये जिहड़ा सैशन है अच्छा लग्या होएगा। ठीक है, इसनूं तुसीं शेयर करो। ठीक है, लाइक करो तो सबसक्राइब कर लवो चैनल नूं। शेयर दूसरे बच्चे तक जरूर करना तां जो जिहड़ी साडी मेहनत है उसका फल मिल सके। ठीक है, प्लस तुहानूं भी अच्छा लगे क्योंकि जिहड़ा हैगा दूसरे बच्चों का भला भी हो सके। इन्ना कहता हुआ मैं इस वीडियो ने इत्थे रोकदा हैगा। थैंक यू वेरी मच। जय हिंद, जय भारत।